ਇਜ਼ਰਾਈਲ ਨੇ ਬਹੁਤ ਧੱਕਾ ਕਰਿਆ। ਨਹੀਂ, ਇਹ ਹਮਾਸ ਵਾਲੇ ਅੱਤਵਾਦੀਆਂ ਨਾਲ ਇਦਾਂ ਹੀ ਹੋਣਾ ਚਾਹੀਦਾ। ਅੱਜ ਕੱਲ੍ਹ ਇਹੋ ਜਿਹੀ ਡਿਬੇਟ ਅਕਸਰ ਸੁਣਨ ਨੂੰ ਮਿਲਦੀ ਹੈ। ਇਜ਼ਰਾਈਲ ਪੈਲਸਤੀਨ ਕਨਫਲਿਕਟ ਬਹੁਤ ਹੀ ਕੰਪਲੈਕਸ ਤੇ ਸੈਂਸਿਟਿਵ ਹੈ। ਅੱਜ ਆਪਾਂ ਇਸ ਵੀਡੀਓ 'ਚ ਇਸ ਬਾਰੇ ਹੀ ਗੱਲ ਕਰਾਂਗੇ। 7 ਅਕਤੂਬਰ 2023 ਸ਼ਨੀਵਾਰ ਦੇ ਦਿਨ ਜਦ ਇਜ਼ਰਾਈਲ ਦੇਸ਼ ਦੇ ਲੋਕ ਜੂਇਸ਼ ਹੌਲੀਡੇ ਸਿਮਚਾ ਟੋਰਾ ਮਨਾ ਰਹੇ ਸੀ ਤਾਂ ਸਵੇਰੇ ਤਕਰੀਬਨ 6:30 ਵਜੇ ਹਮਾਸ ਦੇ ਮਿਲਟਰੀ ਵਿੰਗ ਦੇ ਲੀਡਰ ਮੁਹੰਮਦ ਡੈਫ ਦਾ ਇੱਕ ਰਿਕਾਰਡਡ ਮੈਸੇਜ ਆਨਲਾਈਨ ਪਬਲਿਸ਼ ਹੁੰਦਾ ਹੈ, ਜਿਸ ਵਿੱਚ ਉਹ ਅਨਾਉਂਸ ਕਰਦੇ ਹੈ ਕਿ ਉਹਨਾਂ ਵੱਲੋਂ ਕੀਤੇ ਜਾਣ ਵਾਲਾ ਆਪਰੇਸ਼ਨ ਅਲ ਅਕਸਾ ਫਲੱਡ ਹੁਣ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਸਾਰੇ ਪੈਲਸਟੀਨੀਆਂ ਨੂੰ ਵੀ ਜੋ ਹਥਿਆਰ ਮਿਲੇ ਉਸ ਨੂੰ ਲੈ ਕੇ ਇਜ਼ਰਾਈਲ ਤੇ ਚੜ੍ਹਾਈ ਕਰਨ ਨੂੰ ਕਹਿ ਦਿੰਦੇ। ਫਿਰ ਉਸ ਤੋਂ ਬਾਅਦ ਜੋ ਕੁਝ ਹੁੰਦਾ ਹੈ ਉਹ ਸ਼ਾਇਦ ਕਿਸੇ ਨੇ ਨਹੀਂ ਸੋਚਿਆ ਹੋਣਾ ਕਿ ਇਜ਼ਰਾਈਲ ਜਿਸ ਦੀ ਡਿਫੈਂਸ ਮਾਮਲਿਆਂ 'ਚ ਇੰਨੀ ਚੜ੍ਹਾਈ ਹੈ ਉਸ ਨਾਲ ਐਦਾਂ ਹੋ ਜਾਊਗਾ। ਇਜ਼ਰਾਈਲ ਡਿਫੈਂਸ ਫੋਰਸ ਯਾਨੀ IDF ਦੁਨੀਆ ਦੀ ਟੌਪ ਫੋਰਸਿਸ 'ਚ ਆਉਂਦੀ ਹੈ ਤੇ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਮੁਸਾਡ ਨੂੰ ਦੁਨੀਆ ਦੀ ਸਭ ਤੋਂ ਘੈਂਟ ਤੇ ਖਤਰਨਾਕ ਮੰਨਿਆ ਜਾਂਦਾ ਹੈ। ਪਰ ਉਸ ਦਿਨ ਤਾਂ ਐਦਾਂ ਲੱਗਿਆ ਜਿਵੇਂ ਇਜ਼ਰਾਈਲ ਸੁੱਤਾ ਹੀ ਪਿਆ ਰਹਿ ਗਿਆ। ਹਮਾਸ ਵੱਲੋਂ ਹਜ਼ਾਰਾਂ ਰਾਕੇਟਸ ਇਜ਼ਰਾਈਲ ਤੇ ਦਾਗ ਦਿੱਤੇ ਗਏ। ਕੋਈ 5000 ਰਾਕੇਟਸ ਕਹਿੰਦਾ, ਕੋਈ ਕਹਿੰਦਾ ਨਹੀਂ 1200 ਸੀ, ਪਰ ਜਿੰਨੇ ਵੀ ਸੀ ਇੰਨੇ ਰਾਕੇਟਸ ਹੋਣ ਕਰਕੇ ਇਜ਼ਰਾਈਲ ਦਾ ਵਰਲਡ ਫੇਮਸ ਆਇਰਨ ਡੋਮ ਡਿਫੈਂਸ ਜੋ ਹਵਾ 'ਚ ਹੀ ਰਾਕੇਟਸ ਨੂੰ ਨਸ਼ਟ ਕਰ ਦਿੰਦਾ ਹੈ ਉਹ ਵੀ ਫੇਲ ਹੋ ਗਿਆ। ਇਸ ਬਾਰੇ ਆਪਾਂ ਵੀਡੀਓ 'ਚ ਅੱਗੇ ਗੱਲ ਕਰਾਂਗੇ। ਇਹਦੇ ਨਾਲ ਏਅਰ, ਲੈਂਡ ਐਂਡ ਵਾਟਰ ਅਟੈਕ ਲਈ ਹਜ਼ਾਰਾਂ ਲੋਕ ਮੋਟਰਸਾਈਕਲ, ਜੀਪ, ਪਿਕਅਪ ਟਰੱਕਸ ਦੇ ਨਾਲ ਈਵਨ ਬੋਟਸ ਐਂਡ ਹੈਂਗ ਗਲਾਈਡਰਸ ਰਾਹੀਂ ਗਾਜ਼ਾ ਪੱਟੀ ਤੋਂ ਚੜ੍ਹਾਈ ਕਰ ਦਿੰਦੇ। ਬਾਰਡਰ ਤੇ ਲੱਗੇ ਸੈਂਸਰ, ਹਾਈ ਟੈਕਨੋਲੋਜੀ ਮਸ਼ੀਨਾਂ ਵੀ ਫੇਲ ਹੋ ਜਾਂਦੀਆਂ ਨੇ ਤੇ ਉੱਥੇ ਬਣੀਆਂ ਉੱਚੀਆਂ ਕੰਧਾਂ ਤੇ ਤਾਰਾਂ ਨੂੰ ਵੀ ਬੁਲਡੋਜ਼ਰਾਂ ਨਾਲ ਪੱਟ ਕੇ ਉਹ ਮਾਰਦੇ। ਬਲਕਿ ਇਜ਼ਰਾਈਲ ਦੇ ਕਈ ਟੈਂਕਾਂ ਤੇ ਵੀ ਕਬਜ਼ਾ ਕਰ ਲਿਆ। ਦੁਨੀਆ ਭਰ ਵਿੱਚ ਇਸ ਖੌਫਨਾਕ ਅਟੈਕ ਦਾ ਮੰਜ਼ਰ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਰਾਹੀਂ ਅੱਗ ਵਾਂਗੂ ਫੈਲ ਜਾਂਦਾ ਹੈ। ਖਾਸ ਤੌਰ ਤੇ ਇਜ਼ਰਾਈਲ ਦੇ ਕਾਇਮ ਕਿਬੁਟਸ ਵਿੱਚ ਚੱਲ ਰਿਹਾ ਇੱਕ ਸੁਪਰਨੋਵਾ ਮਿਊਜ਼ਿਕ ਫੈਸਟੀਵਲ, ਜਿਸ 'ਚ 4 ਤੋਂ 5000 ਮੁੰਡੇ ਕੁੜੀਆਂ ਨੱਚ ਟੱਪ ਰਹੇ ਸੀ ਤੇ ਅਚਾਨਕ ਅਸਮਾਨ 'ਚੋਂ ਗਿਰਜਾਂ ਵਾਂਗ ਪੈਰਾਗਲਾਈਡਰਸ ਆਉਂਦੇ ਆ। ਹਜੇ ਲੋਕ ਹੈਰਾਨਗੀ ਨਾਲ ਉਹਨਾਂ ਨੂੰ ਦੇਖ ਹੀ ਰਹੇ ਹੁੰਦੇ ਆ। ਉਹ ਪੈਰਾਗਲਾਈਡਰਸ ਬੰਦੂਕਾਂ ਕੱਢ ਕੇ ਅੰਧਾ-ਧੁੰਦ ਫਾਇਰਿੰਗ ਸ਼ੁਰੂ ਕਰ ਦਿੰਦੇ ਤੇ ਇੱਧਰੋਂ ਗਰਾਊਂਡ ਤੇ ਵੀ ਸਾਰੇ ਪਾਸਿਓਂ ਹਮਾਸ ਦੇ ਬੰਦੇ ਅਟੈਕ ਕਰ ਦਿੰਦੇ ਆ। ਚਾਰੇ ਪਾਸੇ ਭੱਜਣਾ ਪੈ ਜਾਂਦੀਆਂ, ਕਤਲੇਆਮ, ਤਬਾਹੀ, ਚੀਕਾਂ ਝਗਾੜਾ, ਬੁਰਾ ਹਾਲ ਹੋ ਜਾਂਦਾ ਤੇ 260 ਲੋਕ ਇਸ ਇਕੱਲੇ ਮਿਊਜ਼ਿਕ ਫੈਸਟੀਵਲ 'ਚੋਂ ਮਾਰੇ ਜਾਂਦੇ ਆ ਤੇ ਅਣਗਿਣਤ ਲੋਕਾਂ ਨੂੰ ਬੰਦੀ ਵੀ ਬਣਾ ਲਿਆ ਜਾਂਦਾ ਹੈ, ਜਿਸ 'ਚ ਕਈ ਵਿਦੇਸ਼ੀ ਲੋਕ ਵੀ ਸ਼ਾਮਲ ਹੁੰਦੇ। ਤੇ ਇਹੀ ਮੰਜ਼ਰ ਇਜ਼ਰਾਈਲ ਦੇ ਤਕਰੀਬਨ 22 ਥਾਵਾਂ ਐਂਡ ਮਿਲਟਰੀ ਬੇਸਿਸ ਤੇ ਦੇਖਣ ਨੂੰ ਮਿਲਿਆ। ਬੰਦਿਆਂ, ਤੀਵੀਆਂ, ਬੱਚਿਆਂ ਤੇ ਇਜ਼ਰਾਈਲ ਦੇ ਫੌਜੀਆਂ ਨੂੰ ਮਾਰਤਾ ਗਿਆ ਜਾਂ ਬੰਦੀ ਬਣਾ ਕੇ ਆਪਦੇ ਨਾਲ ਲੈ ਗਏ। ਕਿਹਾ ਜਾਂਦਾ ਹੈ ਹਮਾਸ ਵੱਲੋਂ ਕੀਤੇ ਇਸ ਅਟੈਕ ਦੇ ਵਿੱਚ 258 ਫੌਜੀਆਂ ਸਮੇਤ ਤਕਰੀਬਨ 1400 ਲੋਕਾਂ ਦੀ ਉਸ ਦਿਨ ਜਾਨ ਗਈ ਤੇ 3400 ਲੋਕ ਉਸ ਦਿਨ ਘਾਇਲ ਹੋਏ ਤੇ 150 ਤੋਂ 200 ਦੇ ਕਰੀਬ ਇਜ਼ਰਾਈਲੀ ਤੇ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ, ਜਿਹਦੇ ਵਿੱਚ IDF ਦੇ ਕਈ ਫੌਜੀ ਵੀ ਸ਼ਾਮਿਲ ਸੀ, ਉਹਨਾਂ ਨੂੰ ਬੰਦੀ ਬਣਾ ਲਿੱਤਾ ਗਿਆ। 8:30 ਵਜੇ IDF ਕਾਊਂਟਰ ਅਟੈਕ ਸ਼ੁਰੂ ਕਰ ਦਿੰਦੀ ਹੈ। 10:30 ਵਜੇ ਤੱਕ ਇਜ਼ਰਾਈਲ ਦੇ ਫਾਈਟਰ ਜੈਟਸ ਗਾਜ਼ਾ ਤੇ ਅਟੈਕ ਕਰਨਾ, ਪਾਉਂਡ ਕਰਨਾ ਸ਼ੁਰੂ ਕਰ ਦਿੰਦੇ ਹੈ ਤੇ 11:30 ਵਜੇ ਤੱਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਟਵਿੱਟਰ ਰਾਹੀਂ ਜੰਗ ਦਾ ਐਲਾਨ ਕਰ ਦਿੰਦੇ ਹੈ। ਹਾਲਾਂਕਿ ਫਾਰਮਲ ਐਲਾਨ ਉਸ ਤੋਂ ਅਗਲੇ ਦਿਨ ਹੁੰਦਾ। ਇਹ ਜੋ ਜੰਗ ਦਾ ਐਲਾਨ ਹੈ ਇਹ 1973 ਦੀ ਯੋਮ ਕਿਪੂਰ ਜੰਗ ਤੋਂ ਬਾਅਦ ਤਕਰੀਬਨ 50 ਸਾਲਾਂ ਬਾਅਦ ਪਹਿਲੀ ਵਾਰ ਇਸ ਤਰ੍ਹਾਂ ਦੀ ਜੰਗ ਦਾ ਐਲਾਨ ਕਰਿਆ ਜਾਂਦਾ ਹੈ। 3 ਲੱਖ ਦੇ ਕਰੀਬ ਰਿਜ਼ਰਵਿਸਟ ਇਜ਼ਰਾਈਲੀਆਂ ਨੂੰ ਜੰਗ ਲਈ ਬੁਲਾ ਲਿਆ ਜਾਂਦਾ ਹੈ ਤੇ ਇਜ਼ਰਾਈਲ ਵਾਅਦਾ ਕਰਦਾ ਹੈ ਕਿ ਹਮਾਸ ਨੂੰ ਮੜੀਆ ਮੇਟ ਕਰਕੇ ਉਸ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਜਾਊਗਾ, ਕਿਉਂਕਿ ਇਜ਼ਰਾਈਲ ਦੀ ਇਹੀ ਥਿਊਰੀ ਰਹੀ ਹੈ ਵੀ ਅਗਰ ਕੋਈ ਤੁਹਾਨੂੰ ਹੱਥ ਪਾਵੇ ਤਾਂ ਉਹਨੂੰ ਇੰਨੀ ਬੁਰੀ ਤਰ੍ਹਾਂ ਠੋਕੋ, ਇੰਨਾ ਪਨਿਸ਼ ਕਰੋ ਕਿ ਉਹਦੇ ਕੰਨਾਂ ਨੂੰ ਹੱਥ ਲੱਗ ਜਾਣ ਤੇ ਦੁਬਾਰਾ ਹੱਥ ਪਾਉਣ ਤੋਂ ਪਹਿਲਾਂ ਉਹ 10 ਵਾਰੀ ਸੋਚੇ। ਇਹ ਜੱਗ ਜ਼ਾਹਰ ਹੈ ਕਿ ਬਦਲਾ ਲੈਣ ਵੇਲੇ ਇਜ਼ਰਾਈਲ ਬਹੁਤ ਹੀ ਰੂਥਲੈਸ ਹੋ ਜਾਂਦਾ ਤੇ ਉਹੀ ਤਰਜ਼ ਤੇ ਚੱਲਦਿਆਂ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਧੂਆਂਧਾਰ ਹਵਾਈ ਤੇ ਆਰਟਿਲਰੀ ਹਮਲੇ ਸ਼ੁਰੂ ਕਰ ਦਿੱਤੇ ਜਾਂਦੇ ਹੈ, ਜਿਸ ਵਿੱਚ ਹੁਣ ਤੱਕ ਆਈ ਥਿੰਕ 2-3 ਹਜ਼ਾਰ ਪੈਲਸਟੀਨੀਅਨਸ ਮਾਰੇ ਜਾ ਚੁੱਕੇ ਹੈ ਤੇ ਗਾਜ਼ਾ ਦਾ ਅੱਧੇ ਤੋਂ ਜ਼ਿਆਦਾ ਆਬਾਦੀ ਦੇ ਲੱਖਾਂ ਲੋਕ ਬੇਘਰੇ ਹੋ ਗਏ, ਕਿਉਂਕਿ ਇਜ਼ਰਾਈਲ ਦੇ ਅਟੈਕਸ ਨੇ ਅੱਧੇ ਤੋਂ ਜ਼ਿਆਦਾ ਸ਼ਹਿਰ ਨੂੰ ਤਹਿਸ-ਨਹਿਸ ਕਰਕੇ ਰੱਖਤਾ। ਵੱਡੀਆਂ ਬਿਲਡਿੰਗਾਂ ਨੂੰ ਐਨ ਫਲੈਟ ਕਰ ਦਿੱਤਾ ਗਿਆ। ਬਾਹਰਲੀ ਦੁਨੀਆ ਤੋਂ ਇਹਨਾਂ ਨੂੰ ਪੂਰੀ ਤਰ੍ਹਾਂ ਕੱਟ ਆਫ ਕਰ ਦਿੱਤਾ ਗਿਆ। ਜੋ ਬਲੋਕੇਡਸ ਨੇ ਉਹਨਾਂ ਰਾਹੀਂ ਇਹਨਾਂ ਨੂੰ ਜਾਣ ਵਾਲੀ ਜੋ ਖਾਣ ਪੀਣ ਦੀਆਂ ਚੀਜ਼ਾਂ, ਏਡ, ਇਹ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ। ਬਿਜਲੀ ਜੋ ਇਜ਼ਰਾਈਲ ਤੋਂ ਸਪਲਾਈ ਹੁੰਦੀ ਸੀ
ਉਸਨੂੰ ਕੱਟ ਕਰਤਾ। ਉਸਨੂੰ ਕੱਟ ਕਰਨ ਕਰਕੇ ਈਵਨ ਜੋ ਪੀਣ ਵਾਲਾ ਪਾਣੀ ਬਣਾਉਣ ਵਾਲੀਆਂ ਉਹਨਾਂ ਦੀਆਂ ਮਸ਼ੀਨਾਂ ਜਾਂ ਉੱਥੇ ਜੋ ਐਕਵਾਫਾਇਰਸ ਨੇ ਉਹ ਨਹੀਂ ਚੱਲ ਪਾ ਰਹੇ। ਸੋ ਲੋਕਾਂ ਨੂੰ ਪਾਣੀ ਦੀ ਬੜੀ ਕਿੱਲਤ ਆ ਰਹੀ ਹੈ। ਬੇਸਿਕ ਚੀਜ਼ਾਂ ਤੇ ਦਵਾਈਆਂ ਲਈ ਲੋਕ ਤਰਸੇ ਪਏ। ਇਸ ਨਾਲ ਉੱਥੇ ਬਹੁਤ ਬੁਰੇ ਹਿਊਮੈਨਿਟੇਰੀਅਨ ਕ੍ਰਾਈਸਿਸ ਦੀ ਸਥਿਤੀ ਬਣੀ ਹੋਈ ਹੈ। ਜਦੋਂ ਮੈਂ ਇਹ ਵੀਡੀਓ ਬਣਾ ਰਿਹਾ ਤਾਂ ਇਜ਼ਰਾਈਲ ਕਈ ਦਿਨਾਂ ਦੀ ਆਰਟਿਲਰੀ ਤੇ ਹਵਾਈ ਅਟੈਕਸ ਤੋਂ ਬਾਅਦ ਗਾਜ਼ਾ ਵਿੱਚ ਗਰਾਊਂਡ ਅਟੈਕ ਕਰਨ ਦੀ ਤਿਆਰੀ 'ਚ। ਪਰ ਦੂਜੇ ਪਾਸੇ ਲਬਨਾਨ 'ਚ ਵੱਸਦੇ ਹੈਜ਼ਬੁੱਲਾ ਟੈਰਰ ਗਰੁੱਪ ਨੇ ਪੈਲਸਟੀਨ ਦੀ ਸਪੋਰਟ 'ਚ ਇੱਕ ਫਰੰਟ ਖੋਲ੍ਹਤਾ ਤੇ ਇਜ਼ਰਾਈਲ ਨਾਲ ਕਈ ਰੌਕਟਾਂ ਤੇ ਹਮਲੇ ਹੋਏ। ਇਜ਼ਰਾਈਲ ਨੇ ਵੀ ਉਹਨਾਂ ਤੇ ਜਵਾਬੀ ਹਮਲੇ ਦਿੱਤੇ ਤੇ ਉਹਨਾਂ ਨੇ ਇਹਨਾਂ ਨੂੰ ਵਾਰਨ ਕਰਿਆ ਕਿ ਅਗਰ ਇਹੋ ਜਿਹਾ ਅਟੈਕ ਕਰਿਆ ਤਾਂ ਇੱਕ ਬਹੁਤ ਵੱਡੀ ਜੰਗ ਦਾ ਐਲਾਨ ਹੋ ਜੂ। ਇਹੀ ਵਾਰਨਿੰਗ ਈਰਾਨ ਤੇ ਕਿ ਪਹਿਲਾਂ ਹੀ ਇਸ ਅਟੈਕ ਦਾ ਮਾਸਟਰਮਾਈਂਡ ਤੇ ਮੁੱਖ ਸਪੋਰਟਰ ਹੋਣ ਦਾ ਦੋਸ਼ ਲੱਗਦਾ ਹੈ। ਉਸਨੇ ਵੀ ਇਹ ਵਾਰਨਿੰਗ ਦਿੱਤੀ ਹੈ ਕਿ ਜੇ ਇਹ ਜੰਗ ਜਲਦੀ ਰੋਕੀ ਨਾ ਗਈ ਤਾਂ ਕਈ ਹੋਰ ਫਰੰਟ ਖੁੱਲ੍ਹ ਜਾਣਗੇ, ਕਈ ਹੋਰ ਜੋ ਮੁਸਲਿਮ ਕੰਟਰੀਜ਼ ਨੇ ਉਹ ਵੀ ਅਟੈਕ ਕਰ ਦੇਣਗੇ ਤੇ ਇਜ਼ਰਾਈਲ 'ਚ ਤੂਫਾਨ ਆ ਜੂਗਾ। ਬਾਕੀ ਦੇ ਵੀ ਕਈ ਅਰਬ ਦੇਸ਼ਾਂ ਨੇ ਜੰਗ ਨੂੰ ਬੰਦ ਕਰਨ ਦੀ ਹਮਾਇਤ ਕਰਦਿਆਂ ਇਜ਼ਰਾਈਲ ਦੇ ਪੈਲਸਤੀਨੀਅਨ ਧਰਤੀ ਤੇ ਕਬਜ਼ੇ ਨੂੰ ਹੀ ਸਾਰੇ ਰੌਲੇ ਦੀ ਜੜ ਦੱਸਿਆ। ਦੂਸਰੇ ਪਾਸੇ ਅਮਰੀਕਾ ਇਜ਼ਰਾਈਲ ਦੀ ਸਪੋਰਟ 'ਚ ਆ ਕੇ ਖੜਾ ਹੋ ਗਿਆ। ਉਸਨੇ 2 ਵੱਡੇ 에ਅਰਕ੍ਰਾਫਟ ਕੈਰੀਅਰ ਦੀਆਂ ਟੁਕੜੀਆਂ ਲਿਆ ਕੇ ਇਜ਼ਰਾਈਲ ਦੇ ਕੋਲ ਪਾਰਕ ਕਰਤੀਆਂ। ਹਰ ਟੁਕੜੀ 'ਚ ਕਈ ਜੰਗੀ ਕਿਸ਼ਤੀਆਂ, ਸਬਮਰੀਨਸ, ਫਾਈਟਰ ਜੈਟਸ ਵਗੈਰਾ ਹੁੰਦੇ ਆ। ਅੱਛਾ, ਇੰਗਲੈਂਡ ਵੀ ਇਜ਼ਰਾਈਲ ਦੀ ਸਪੋਰਟ 'ਚ ਆ ਗਿਆ। ਉਹਨੇ ਵੀ ਇਹਦੇ ਹੱਕ 'ਚ ਲੜਾਕੂ ਜਹਾਜ਼ ਤੇ ਵਾਰ ਸ਼ਿਪਸ ਭੇਜਣ ਦਾ ਐਲਾਨ ਕਰਤਾ। ਜਰਮਨੀ ਨੇ ਤਾਂ ਮਿਲਟਰੀ ਏਡ ਆਲਰੇਡੀ ਸਪਲਾਈ ਕਰਨੀ ਸ਼ੁਰੂ ਕਰਤੀ। ਦੁਨੀਆ ਦੇ ਲਗਭਗ 44 ਦੇਸ਼ਾਂ ਨੇ ਹਮਾਸ ਦੇ ਇਸ ਅਟੈਕ ਨੂੰ ਐਕਟ ਆਫ ਟੈਰਰ ਠਹਿਰਾਉਂਦਿਆਂ ਇਸ ਦਾ ਖੰਡਨ ਕਰਿਆ। ਪਰ ਇਸ ਦੇ ਨਾਲ-ਨਾਲ ਸਾਰੇ ਦੇਸ਼ ਇਹ ਟਿਕਟਿਕੀ ਲਾ ਕੇ ਵੀ ਬੈਠੇ ਹੈ ਕਿ ਅੱਗੇ ਕੀ ਹੋਊਗਾ, ਇਹ ਜੰਗ ਕੀ ਰੂਪ ਧਾਰੂਗੀ। ਕੀ ਦੂਸਰੇ ਦੇਸ਼ ਵੀ ਇਸ 'ਚ ਕੁੱਦਣਗੇ? ਕੀ ਇਹ ਮੁਸਲਿਮ ਕੰਟਰੀਜ਼ ਅਗੇਂਸਟ ਦ ਵੈਸਟ ਵਾਰ ਬਣੂਗੀ? ਕੀ ਇਹ ਵਰਲਡ ਵਾਰ 3 ਦਾ ਟ੍ਰਿਗਰ ਤਾਂ ਨਹੀਂ ਬਣ ਜੂਗੀ? ਦੋਸਤੋ, ਇਸ ਤੋਂ ਪਹਿਲਾਂ ਕਿ ਆਪਾਂ ਕੋਈ ਵੀ ਰਾਏ ਬਣਾਈਏ, ਆਪਾਂ ਨੂੰ ਇਸ ਸਾਰੇ ਇਸ਼ੂ ਨੂੰ ਹੋਰ ਡਿਟੇਲ 'ਚ ਜਾਣਨਾ ਪਊਗਾ ਤੇ ਉਸ ਲਈ ਆਪਾਂ ਨੂੰ ਥੋੜਾ ਪਿੱਛੇ ਜਾ ਕੇ ਇਸ ਦੀ ਹਿਸਟਰੀ ਨੂੰ ਸਮਝਣਾ ਪੈਣਾ। ਇਜ਼ਰਾਈਲ ਤੇ ਪੈਲਸਟੀਨ ਦਾ ਰੌਲਾ ਅੱਜ ਦੀ ਦੁਨੀਆ ਦਾ ਵਨ ਆਫ ਦ ਮੋਸਟ ਵਾਇਲੈਂਟ ਤੇ ਲੌਂਗੈਸਟ ਰਨਿੰਗ ਕੌਨਫਲਿਕਟ ਹੈ, ਜਿਸ ਨੇ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਤੇ ਲੱਖਾਂ ਨੂੰ ਬੇਘਰੇ ਬਣਾ ਦਿੱਤਾ ਹੈ। ਇਸ ਕੌਨਫਲਿਕਟ ਦਾ ਇਤਿਹਾਸ ਐਡਾ ਲੰਬਾ ਹੈ ਤੇ ਵੀਡੀਓ ਬਹੁਤ ਲੰਬੀ ਹੋ ਰਹੀ ਸੀ, ਇਸ ਲਈ ਮੈਂ ਇਸ 'ਚੋਂ ਕਾਫੀ ਗੱਲਾਂ ਸਕਿਪ ਕਰਕੇ ਸਿਰਫ ਮੇਨ ਗੱਲਾਂ ਦੱਸ ਕੇ ਸ਼ਾਰਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਅਗਰ ਤੁਸੀਂ ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਤਾਂ ਮੈਂ ਕੁਝ ਲਿੰਕਸ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਤੁਸੀਂ ਉਹਨਾਂ ਤੋਂ ਜਾ ਕੇ ਇਸ ਬਾਰੇ ਹੋਰ ਜਾਣਕਾਰੀ ਲੈ ਸਕਦੇ। ਮੁੱਖ ਤੌਰ ਤੇ ਰੌਲਾ ਇਜ਼ਰਾਈਲ, ਜੋ ਕਿ ਅਰਬ ਦੇਸ਼ਾਂ ਦੇ ਵਿੱਚੋਂ ਵਿੱਚ ਵਸਿਆ ਇੱਕ ਦੇਸ਼ ਹੈ ਜਿਸ ਵਿੱਚ ਜੂਸ ਯਾਨੀ ਕਿ ਯਹੂਦੀ ਲੋਕ ਰਹਿੰਦੇ ਨੇ, ਅਤੇ ਪੈਲਸਟੀਨ ਜਿਸ ਵਿੱਚ ਮੁਸਲਿਮ ਰਹਿੰਦੇ ਨੇ, ਇਹਨਾਂ ਦੋਹਾਂ ਵਿੱਚ ਹੈ। ਇਜ਼ਰਾਈਲ ਕਹਿੰਦਾ ਹੈ ਕਿ ਸਾਡਾ ਦੇਸ਼ ਹੈ, ਇਸ ਧਰਤੀ ਤੇ ਸਾਡਾ ਹੱਕ ਹੈ। ਪੈਲਸਟੀਨੀਅਨ ਕਹਿੰਦੇ ਆ ਇਹ ਸਾਡਾ ਦੇਸ਼ ਸੀ, ਤੁਸੀਂ ਇੱਥੇ ਘੁਸਪੈਠ ਕਰਕੇ ਨਜਾਇਜ਼ ਕਬਜ਼ਾ ਕਰਿਆ ਹੋਇਆ। ਦੋਸਤੋ, ਇਸ ਸਾਰੇ ਰੌਲੇ ਦੇ ਵਿੱਚ ਇਜ਼ਰਾਈਲ ਅਤੇ ਪੈਲਸਟੀਨ ਦੇ ਵਿਚਾਲੇ ਪੈਣ ਵਾਲਾ ਅੱਜ ਦਾ ਜੈਰੂਸਲਮ ਸ਼ਹਿਰ ਬਹੁਤ ਇੰਪੋਰਟੈਂਟ ਹੈ। 3 ਧਰਮ ਇਸਲਾਮ, ਕ੍ਰਿਸਚੀਅਨਿਟੀ ਤੇ ਜੁਡਾਇਜ਼ਮ, ਯਹੂਦੀ, ਇਸ ਨੂੰ ਬਹੁਤ ਧਾਰਮਿਕ ਤੇ ਪਵਿੱਤਰ ਜਗ੍ਹਾ ਮੰਨਦੇ। ਜਿਵੇਂ ਕਿ ਜੈਰੂਸਲਮ ਨੂੰ ਕ੍ਰਿਸਚੀਅਨਿਟੀ ਦਾ ਧੁਰਾ ਮੰਨਿਆ ਜਾਂਦਾ ਹੈ। ਜੀਸਸ ਕ੍ਰਾਈਸਟ ਦਾ ਜਨਮ ਪੈਲਸਟੀਨ ਦੇ ਬੈਥਲਹਿਮ ਸ਼ਹਿਰ 'ਚ ਹੋਇਆ ਸੀ, ਪਰ ਉਹਨਾਂ ਦੀ ਜ਼ਿੰਦਗੀ 'ਚ ਜੈਰੂਸਲਮ ਦਾ ਬਹੁਤ ਇੰਪੋਰਟੈਂਟ ਰੋਲ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਬਚਪਨ 'ਚ ਇੱਥੇ ਲਿਆਇਆ ਗਿਆ ਸੀ ਤੇ ਇੱਥੇ ਹੀ ਉਹਨਾਂ ਤੇ ਬਹੁਤ ਤਸੀਹੇ ਹੋਏ, ਜ਼ੁਲਮ ਹੋਏ, ਉਹਨਾਂ ਨੂੰ ਕਰੂਸੀਫਾਈ ਕਰਕੇ ਇੱਥੇ ਹੀ ਦਫਨਾਇਆ ਗਿਆ ਤੇ ਇੱਥੇ ਹੀ ਉਹ ਦੁਬਾਰਾ ਜ਼ਿੰਦਾ ਹੋ ਕੇ ਧਰਤੀ ਤੇ ਆਏ। ਅੱਛਾ, ਜੀਸਸ ਕ੍ਰਾਈਸਟ ਤੇ ਹੋਏ ਇਸ ਅਤਿਆਚਾਰ ਨੂੰ ਲੈ ਕੇ ਕ੍ਰਿਸਚੀਅਨ ਐਂਡ ਜੂਸ ਦੇ ਵਿੱਚ ਵੀ ਬਹੁਤ ਮਤਭੇਦ ਰਹੇ ਨੇ। ਉਧਰੋਂ ਸੁੰਨੀ ਇਸਲਾਮ 'ਚ ਜੈਰੂਸਲਮ ਨੂੰ ਮੱਕਾ ਮਦੀਨਾ ਤੋਂ ਬਾਅਦ ਤੀਸਰੀ ਸਭ ਤੋਂ ਪਵਿੱਤਰ ਜਗ੍ਹਾ ਮੰਨਿਆ ਜਾਂਦਾ ਹੈ, ਜਿੱਥੇ ਪ੍ਰੋਫਿਟ ਮੁਹੰਮਦ ਨੇ ਅਲ ਅਕਸਾ ਮਸਜਿਦ 'ਚ ਪ੍ਰੇਅਰ ਕੀਤੀ ਸੀ। ਜ਼ਿਕਰਯੋਗ ਹੈ ਇਹੀ ਅਲ ਅਕਸਾ ਮਸਜਿਦ ਅੱਗੇ ਜਾ ਕੇ ਵਿਵਾਦ ਦੀ ਵਜ੍ਹਾ ਬਣਦੀ ਹੈ, ਕਿਉਂਕਿ ਯਹੂਦੀ ਵੀ ਇਸ ਨੂੰ ਆਪਦਾ ਪਵਿੱਤਰ ਟੈਂਪਲ ਮਾਊਂਟ ਮੰਨਦੇ ਨੇ, ਕਿਉਂਕਿ 10ਵੀਂ ਸਦੀ BC ਯਾਨੀ ਕਿ ਅੱਜ ਤੋਂ ਲਗਭਗ 3000 ਸਾਲ ਪਹਿਲਾਂ ਤੋਂ ਹੀ ਜੂਇਸ਼ ਲੋਕ ਜੈਰੂਸਲਮ ਨੂੰ ਦੁਨੀਆ ਦਾ ਸੈਂਟਰ ਮੰਨਦੇ ਸੀ, ਵੀ ਜਿੱਥੇ ਰੱਬ ਵੱਸਦਾ ਹੈ, ਤੇ ਉਹ ਇਸ ਧਰਤੀ ਨੂੰ ਆਪਦੇ ਪੁਰਖਾਂ ਦੀ ਰੂਹਾਨੀ ਵਤਨ ਮੰਨਦੇ। ਪੁਰਾਣੇ ਸਮਿਆਂ 'ਚ ਇੱਥੇ ਸਾਰੇ ਤਰ੍ਹਾਂ ਦੇ ਲੋਕ ਵੱਸਦੇ ਸੀ, ਪਰ ਵੱਖ-ਵੱਖ ਰਾਜਿਆਂ ਦੇ ਜ਼ੁਲਮ ਅਤੇ ਕਤਲੇਆਮ ਤੋਂ ਤੰਗ ਆ ਕੇ ਜੂਇਸ਼ ਲੋਕ ਇੱਥੋਂ ਛੱਡ ਕੇ ਬਾਹਰ ਦੁਨੀਆ ਜਾ ਕੇ ਵੱਸ ਗਏ ਅਤੇ ਪੈਲਸਟੀਨ ਇੱਕ ਪ੍ਰੀਡੋਮੀਨੈਂਟਲੀ ਮੁਸਲਿਮ ਕੰਟਰੀ ਬਣ ਗਿਆ, ਕਿਉਂਕਿ ਪਹਿਲਾਂ ਹੀ ਉਰੇ ਮੁਸਲਿਮਸ ਦੀ ਸੰਖਿਆ ਜ਼ਿਆਦਾ ਸੀ। ਪਰ 19ਵੀਂ ਸਦੀ 'ਚ ਇੱਕ ਜ਼ਾਇਨਿਸਟ ਮੂਵਮੈਂਟ ਚੱਲੀ, ਜਿਸ ਦਾ ਮਕਸਦ ਸੀ ਵਾਪਸ ਇੱਥੇ ਜੂਇਸ਼ ਲੋਕਾਂ ਦਾ ਹੋਮਲੈਂਡ ਵਸਾਉਣਾ, ਕਿਉਂਕਿ ਬਾਹਰ ਵੀ ਕ੍ਰਿਸਚੀਅਨਸ ਵਗੈਰਾ ਨਾਲ ਪ੍ਰੋਬਲਮਸ ਹੋਣ ਕਰਕੇ ਜੂਇਸ਼ ਕੋਈ ਬਾਹਲੇ ਖੁਸ਼ ਨਹੀਂ ਸੀ। ਉਹਨਾਂ ਤੇ ਅਟੈਕਸ ਵਗੈਰਾ ਹੁੰਦੇ ਹੀ ਰਹਿੰਦੇ ਸੀ, ਜ਼ੁਲਮ ਹੁੰਦਾ ਰਹਿੰਦਾ ਸੀ, ਜਿਸ ਨੂੰ ਕਿ ਐਂਟੀ-ਸੈਮਿਟਿਜ਼ਮ ਵੀ ਕਿਹਾ ਜਾਂਦਾ ਹੈ। ਸੋ ਜੂਇਸ਼ ਲੋਕ ਵਾਪਸ ਪੈਲਸਟਾਈਨ ਆਉਣ ਲੱਗ ਪਏ। ਉਸ ਵੇਲੇ ਇੱਥੇ ਆਟੋਮਨ ਇੰਪਾਇਰ ਦਾ ਰਾਜ ਹੁੰਦਾ ਸੀ ਤੇ ਵਰਲਡ ਵਾਰ 1 ਤੋਂ ਬਾਅਦ ਇੱਥੇ ਬ੍ਰਿਟਿਸ਼ਰਸ ਦਾ ਰਾਜ ਹੋ ਗਿਆ
ਤੇ ਬ੍ਰਿਟਿਸ਼ਰਸ ਨੂੰ ਵਰਲਡ ਵਾਰ ਦੀ ਇਸ ਜੰਗ 'ਚ ਅਮਰੀਕਾ ਦੀ ਲੋੜ ਸੀ ਤੇ ਅਮਰੀਕਾ 'ਚ ਜੂਇਸ਼ ਲੋਕਾਂ ਦੀ ਬਹੁਤ ਪਕੜ ਸੀ ਕਿਉਂਕਿ ਜ਼ਿਆਦਾਤਰ ਇਹ ਤਕੜੇ ਪੈਸੇ ਵਾਲੇ ਲੋਕ ਸੀ। ਸੋ ਜੂਇਸ਼ ਲੋਕਾਂ ਨੂੰ ਖੁਸ਼ ਕਰਨ ਲਈ 1917 ਦੇ ਵਿੱਚ ਬ੍ਰਿਟਿਸ਼ਰਸ ਨੇ ਇੱਕ ਡਾਕੂਮੈਂਟ ਇਸ਼ੂ ਕਰਿਆ ਜਿਸ ਨੂੰ ਬੈਲਫੋਰ ਡੈਕਲੇਰੇਸ਼ਨ ਕਿਹਾ ਜਾਂਦਾ ਹੈ। ਇਸ ਵਿੱਚ ਉਹਨਾਂ ਨੇ ਪੈਲਸਟੀਨ ਵਿੱਚ ਇੱਕ ਜੂਇਸ਼ ਦੇਸ਼ ਵਸਾਉਣ ਦੀ ਕੋਸ਼ਿਸ਼ ਨੂੰ ਸਪੋਰਟ ਦੇਣ ਦਾ ਵਾਅਦਾ ਕਰਿਆ। ਪਰ ਇਸ ਤੇ ਅਰਬੀ ਲੋਕ ਭੜਕ ਗਏ ਵੀ ਜੇ ਸਾਰੇ ਦੁਨੀਆ 'ਚੋਂ ਜੂਜ਼ ਇੱਥੇ ਆ ਕੇ ਬਸ ਗਏ ਤਾਂ ਅਸੀਂ ਤਾਂ ਮਿਨੋਰਟੀ ਬਣ ਜਾਾਂਗੇ। ਐਦਨੇ ਵਰਲਡ ਵਾਰ 2 ਹੋ ਜਾਂਦੀ ਹੈ ਤੇ ਯੂਰਪ ਦੇ ਹੋਲੋਕਾਸਟ 'ਚ ਹਿਟਲਰ ਹੁਣਾਂ ਕਨੀਓ 60 ਲੱਖ ਜੂਜ਼ ਦੇ ਕਤਲੇਆਮ ਤੋਂ ਬਾਅਦ 1947 'ਚ ਨਵੇਂ ਬਣੇ UN ਨੇ ਪੈਲਸਟੀਨ ਦੇ 2 ਸੈਪਰੇਟ ਟੁਕੜੇ ਕਰਕੇ 2 ਸਟੇਟਾਂ ਬਣਾਤੀਆਂ, ਇੱਕ ਜੂਇਸ਼ ਸਟੇਟ ਤੇ ਇੱਕ ਅਰਬੀ ਸਟੇਟ। ਇਸ ਫੈਸਲੇ ਤੇ ਜੂਇਸ਼ ਲੋਕ ਤਾਂ ਖੁਸ਼ ਸੀ ਪਰ ਅਰਬੀ ਕਹਿੰਦੇ ਸੀ ਵੀ ਸਾਡੇ ਨਾਲ ਧੱਕਾ ਹੋਇਆ, ਜੂ ਸਿਰਫ ਤੀਜਾ ਹਿੱਸਾ ਨੇ ਤੇ ਜ਼ਮੀਨ ਰਿਸੋਰਸਿਸ ਵਗੈਰਾ ਤੁਸੀਂ ਇਹਨਾਂ ਨੂੰ ਸਾਡੇ ਨਾਲੋਂ ਕਿਤੇ ਜ਼ਿਆਦਾ ਦੇਤੀ। ਤੇ ਦੂਸਰਾ ਧਾਰਮਿਕ ਇੰਪੋਰਟੈਂਸ ਹੋਣ ਕਰਕੇ ਦੋਨੋਂ ਸਾਈਡਸ ਜੈਰੂਸਲਮ ਨੂੰ ਵੀ ਛੱਡਣ ਨੂੰ ਤਿਆਰ ਨਹੀਂ ਸੀ। ਸੋ ਇਹ ਜੋ ਇਹਨਾਂ ਦਾ ਰੌਲਾ ਸੀ ਇਹ ਹੋਰ ਜ਼ਿਆਦਾ ਵੱਧ ਗਿਆ। ਇਸ ਦੌਰਾਨ 14 ਮਈ 1948 ਜੂਜ਼ ਦੇ ਲੀਡਰ ਡੇਵਿਡ ਬੈਨ ਗੁਰੀਅਨ ਸਟੇਟ ਆਫ ਇਜ਼ਰਾਈਲ ਨੂੰ ਇੱਕ ਪ੍ਰੋਪਰ ਕੰਟਰੀ ਡਿਕਲੇਅਰ ਕਰ ਦਿੰਦੇ ਨੇ ਤੇ ਅਗਲੇ ਹੀ ਦਿਨ ਇਸ ਤੋਂ ਨਾਖੁਸ਼ ਆਲੇ ਦੁਆਲੇ ਦੀਆਂ 5 ਅਰਬੀ ਕੰਟਰੀਜ਼ ਮਿਲ ਕੇ ਇਜ਼ਰਾਈਲ ਤੇ ਚੜ੍ਹਾਈ ਕਰ ਦਿੰਦੀਆਂ ਨੇ, ਇਹ ਸੋਚ ਕੇ ਕਿ ਨਵੀਂ ਕੰਟਰੀ ਬਣੀ ਹੈ ਇਸ ਨੂੰ ਈਜ਼ੀਲੀ ਦੱਬ ਲਾਂਗੇ। ਪਰ ਹੁੰਦਾ ਇਸ ਤੋਂ ਉਲਟਾ ਹੈ। 1949 ਤੱਕ ਚੱਲੀ ਇਸ ਜੰਗ 'ਚ ਇਜ਼ਰਾਈਲ ਦਬਣ ਦੀ ਬਜਾਏ UN ਵੱਲੋਂ ਦਿੱਤੀ ਜਗ੍ਹਾ ਤੋਂ ਜ਼ਿਆਦਾ ਟੈਰੀਟਰੀ ਤੇ ਕਬਜ਼ਾ ਕਰ ਲੈਂਦੇ ਤੇ ਇਸ ਦੌਰਾਨ 7 ਲੱਖ ਦੇ ਕਰੀਬ ਪੈਲਸਟੀਨੀ ਇੱਥੋਂ ਭੱਜ ਕੇ ਨਾਲ ਦੀਆਂ ਅਰਬੀ ਕੰਟਰੀਜ਼ ਜਿਵੇਂ ਕਿ ਵੈਸਟ ਬੈਂਕ ਤੇ ਗਾਜ਼ਾ ਜੋ ਕਿਸੇ ਹੋਰ ਕੰਟਰੀਜ਼ ਦਾ ਹਿੱਸਾ ਸੀ, ਜਾਰਡਨ, ਸੀਰੀਆ, ਲਬਨਾਨ ਵਗੈਰਾ ਦੇ ਵਿੱਚ ਰਿਫਿਊਜੀ ਬਣ ਕੇ ਸ਼ਰਨ ਲੈ ਲੈਂਦੇ ਆ। ਇੱਥੋਂ ਹੀ ਜਨਮ ਹੁੰਦਾ ਹੈ ਪੈਲਸਟੀਨੀਅਨ ਲਿਬਰੇਸ਼ਨ ਆਰਗੇਨਾਈਜੇਸ਼ਨ ਯਾਨੀ ਕਿ PLO ਦਾ, ਜੋ ਪੈਲਸਟੀਨ ਨੂੰ ਆਜ਼ਾਦੀ ਦੀ ਸਪੋਰਟ ਕਰਨ ਵਾਲੇ ਵੱਖ-ਵੱਖ ਗਰੁੱਪਾਂ ਨੇ ਮਿਲ ਕੇ ਬਣਾਈ ਸੀ ਤੇ ਇਹਨਾਂ ਚੋਂ ਸਭ ਤੋਂ ਵੱਡੀ ਪਾਰਟੀ ਫਤਹ ਦੇ ਹੈੱਡ ਯਾਸਿਰ ਅਰਾਫਾਤ ਨੂੰ PLO ਦਾ ਮੁਖੀ ਚੁਣਿਆ ਜਾਂਦਾ ਹੈ। PLO ਦਾ ਟੀਚਾ ਕਲੀਅਰ ਸੀ ਵੀ ਉਹਨਾਂ ਨੇ ਘਰ ਵਾਪਸੀ ਕਰਨੀ ਹੈ, ਚਾਹੇ ਉਹ ਡਿਪਲੋਮੇਸੀ ਰਾਹੀਂ ਹੋਵੇ ਤੇ ਚਾਹੇ ਲੜਾਈ ਲੜ ਕੇ। 1987 'ਚ ਫਸਟ ਇੰਟੀਫਾਡਾ ਜੋ ਅਰਬਿਕ ਭਾਸ਼ਾ 'ਚ ਅਪਰਾਈਜ਼ਿੰਗ ਨੂੰ ਕਿਹਾ ਜਾਂਦਾ ਹੈ ਉਹ ਹੁੰਦਾ ਹੈ ਤੇ ਇੱਥੇ ਐਂਟਰੀ ਹੁੰਦੀ ਹੈ ਇੱਕ ਬਾਹਲੇ ਗਰਮ ਖਿਆਲੀਏ ਦਲ ਹਮਾਸ ਦੀ, ਜਿਸ ਨੂੰ ਕਈ ਦੇਸ਼ਾਂ ਨੇ ਟੈਰਰਿਸਟ ਗਰੁੱਪ ਡਿਕਲੇਅਰ ਕਰਿਆ ਹੋਇਆ ਹੈ ਤੇ ਕੁਝ ਦੇਸ਼ਾਂ ਨੇ ਸਿਰਫ ਇਸ ਦੇ ਮਿਲਟਰੀ ਵਿੰਗ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰਿਆ ਹੋਇਆ। ਇਹ PLO ਤੇ ਅਰਾਫਾਤ ਉਹਨਾਂ ਨੂੰ ਬਾਹਲਾ ਚੰਗਾ ਨਹੀਂ ਸਮਝਦੇ ਕਿਉਂਕਿ ਇਹਨਾਂ ਨੂੰ ਲੱਗਦਾ ਹੈ ਕਿ ਇਹ ਪੁਰਾਣੇ ਲੋਕ ਬਾਹਲੀਆਂ ਠੰਡੀਆਂ ਗੱਲਾਂ ਕਰਦੇ। ਇੱਧਰੋਂ ਅਮਰੀਕਾ ਵਗੈਰਾ ਸਮਝੌਤਾ ਕਰਾਉਣ 'ਚ ਲੱਗੇ ਹੁੰਦੇ ਹੈ ਤੇ ਫਾਈਨਲੀ ਨਾਰਵੇ 'ਚ 1993 ਨੂੰ ਅਮਰੀਕਾ ਦੇ ਰਾਸ਼ਟਰਪਤੀ ਬਿਲ ਕਲਿੰਟਨ ਦੀ ਹਾਜ਼ਰੀ 'ਚ ਯਾਸਿਰ ਅਰਾਫਾਤ ਤੇ ਇਜ਼ਰਾਈਲੀ PM ਰਾਬਿਨ 'ਚ ਇੱਕ ਓਸਲੋ ਐਗਰੀਮੈਂਟ ਨਾਮ ਦਾ ਸਮਝੌਤਾ ਸਾਈਨ ਹੁੰਦਾ ਹੈ। ਇਸ ਸਮਝੌਤੇ ਵਿੱਚ ਇਹ ਫੈਸਲਾ ਹੁੰਦਾ ਹੈ ਕਿ ਵੈਸਟ ਬੈਂਕ ਅਤੇ ਗਾਜ਼ਾ ਨੂੰ ਪੈਲਸਟੀਨੀਅਨ ਸਟੇਟ ਬਣਾ ਕੇ ਇੱਕ ਪੈਲਸਟੀਨੀਅਨ ਅਥਾਰਟੀ ਬਣਾਈ ਜਾਊਗੀ ਜਿਸ ਦਾ ਇਹਨਾਂ ਏਰੀਆਜ਼ ਤੇ ਲਿਮਿਟਿਡ ਹੱਕ ਹੋਊਗਾ ਤੇ ਇਜ਼ਰਾਈਲ ਨੂੰ ਵੀ ਪੈਲਸਟੀਨੀਅਨ ਲੀਡਰਸ ਐਕਸੈਪਟ ਕਰਨਗੇ ਵੀ ਹਾਂ ਉਹ ਵੀ ਇੱਕ ਕੰਟਰੀ ਹੈ। ਹਾਲਾਂਕਿ ਇਹ ਇੱਕ ਵੱਡਾ ਕਦਮ ਹੁੰਦਾ ਹੈ ਪਰ ਕਈ ਇੰਪੋਰਟੈਂਟ ਮੁੱਦੇ ਹਜੇ ਵੀ ਅਨਡਿਸਕਸਡ ਰਹਿ ਜਾਂਦੇ ਨੇ, ਜਿਵੇਂ ਕਿ ਜੈਰੂਸਲਮ ਦਾ ਕੰਟਰੋਲ ਕਿਹਦੇ ਕੋਲੇ ਹੋਊਗਾ, ਪੈਲਸਟੀਨ 'ਚ ਇਜ਼ਰਾਈਲੀ ਸੈਟਲਮੈਂਟਸ ਅਤੇ ਪੈਲਸਟੀਨ ਦੇ ਰਿਫਿਊਜੀਆਂ ਦਾ ਫਿਊਚਰ ਵਗੈਰਾ। ਇਹ ਫੈਸਲੇ ਸਾਰੇ ਫਿਊਚਰ ਲਈ ਛੱਡ ਦਿੱਤੇ ਜਾਂਦੇ। ਇਸ ਤੋਂ ਦੋਨੋਂ ਸਾਈਡ ਦੇ ਕਈ ਲੋਕ ਬੜੇ ਨਾਖੁਸ਼ ਹੁੰਦੇ ਆ ਤੇ ਇੱਕ ਜੂਇਸ਼ ਐਕਸਟ੍ਰੀਮਿਸਟ 1995 'ਚ PM ਰੈਬਿਨ ਦਾ ਇਸ ਕਰਕੇ ਕਤਲ ਵੀ ਕਰ ਦਿੰਦਾ। ਉਧਰੋਂ ਹਮਾਸ ਵੀ ਬਾਗੀ ਹੋ ਕੇ ਅਟੈਕਸ ਬੜੇ ਵਧਾ ਦਿੰਦਾ ਹੈ ਜਿਵੇਂ ਕਿ 1996 ਦੀ ਸੁਸਾਈਡ ਬੰਬਿੰਗਸ ਵਗੈਰਾ, ਤੇ ਇਜ਼ਰਾਈਲ ਵੀ ਜਵਾਬ ਦੇ ਵਿੱਚ ਬੜੇ ਅਟੈਕਸ ਕਰਦਾ ਹੈ, ਧੂਆਂ ਧਾਰ ਸ਼ਿਕੰਜਾ ਕੱਸ ਦਿੰਦਾ ਹੈ, ਬਲੌਕੇਡਸ ਕਰ ਦਿੰਦਾ ਹੈ, ਬਹੁਤ ਕੁਝ ਵੱਧ ਜਾਂਦਾ ਰੌਲਾ ਤੇ ਇਸ ਵਿੱਚ ਕਈ ਲੋਕ ਮਾਰੇ ਜਾਂਦੇ ਆ। ਅੱਛਾ, 2004 'ਚ ਯਾਸਿਰ ਅਰਾਫਾਤ ਦੀ ਮੌਤ ਤੋਂ ਬਾਅਦ ਫਤਹ ਤੇ ਹਮਾਸ ਦੇ ਵਿੱਚ ਵੀ ਹੋਰ ਖੁੱਲ੍ਹ ਕੇ ਲੜਾਈ ਪੈ ਜਾਂਦੀ ਹੈ ਤੇ ਹਮਾਸ 2006 ਦੀਆਂ ਪੈਲਸਟੀਨ ਦੀਆਂ ਪਾਰਲੀਮੈਂਟਰੀ ਚੋਣਾਂ ਫਤਹ ਤੋਂ ਜਿੱਤ ਜਾਂਦਾ ਹੈ ਕਿਉਂਕਿ ਪੈਲਸਟੀਨ ਦੇ ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਹੁੰਦਾ ਹੈ ਵੀ ਫਤਹ ਕਰਪਟ ਹੈ ਤੇ ਇਜ਼ਰਾਈਲ ਤੋਂ ਏਡ ਆਉਣ ਕਰਕੇ ਥੋੜ੍ਹੀ ਜਿਹੀ ਉਹਨਾਂ ਪੱਖੀ ਗੱਲ ਕਰਦਾ ਹੈ। ਇਹਨਾਂ ਵਿੱਚ ਆਪਸੀ ਝੜਪਾਂ ਵੀ ਹੋਰ ਵੱਧ ਜਾਂਦੀਆਂ ਨੇ ਜਦੋਂ ਕਿਹਾ ਜਾਂਦਾ ਕਿ USA ਕੋਸ਼ਿਸ਼ ਕਰ ਰਿਹਾ ਸੀ ਵੀ ਫਤਹ ਤੇ ਇਜ਼ਰਾਈਲ ਤੇ ਵੈਸਟ ਪੱਖੀ ਬੰਦੇ ਨੂੰ ਲੀਡਰ ਬਣਾਇਆ ਜਾਵੇ। ਸੋ ਹਮਾਸ ਜਿਹੜਾ ਹੈ ਇਸ ਚੀਜ਼ ਤੋਂ ਐਕਸ਼ਨ 'ਚ ਆ ਕੇ ਗਾਜ਼ਾ ਤੇ ਜਾ ਕੇ ਕਬਜ਼ਾ ਕਰ ਲੈਂਦਾ ਤੇ ਉੱਥੇ ਜਿੰਨੇ ਵੀ ਫਤਹ ਦੇ ਬੰਦੇ ਹੁੰਦੇ ਆ ਉਹਨਾਂ ਨੂੰ ਬਾਹਰ ਕੱਢ ਦਿੰਦਾ ਤੇ ਫਤਹ ਜਾ ਕੇ ਵੈਸਟ ਬੈਂਕ 'ਚ ਕਾਬਜ਼ ਹੋ ਜਾਂਦਾ। ਇਸ ਕਰਕੇ ਜਿਹੜਾ ਇਜ਼ਰਾਈਲ ਹੈ ਉਹ ਵੀ ਗਾਜ਼ਾ ਤੇ ਬੜਾ ਸ਼ਿਕੰਜਾ ਕੱਸ ਦਿੰਦਾ ਹੈ, ਈਜਿਪਟ ਨਾਲ ਮਿਲ ਕੇ ਚਾਰੇ ਪਾਸੇ ਬਲੌਕੇਡ ਕਰ ਦਿੰਦਾ ਹੈ, ਕੋਈ ਵੀ ਬਾਹਰੋਂ ਚੀਜ਼ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉੱਥੇ ਆ ਜਾ ਨਾ ਸਕੇ। ਇਸ ਬਲੌਕੇਡ ਨੂੰ ਚੱਲਦਿਆਂ ਆਈ ਥਿੰਕ 16-17 ਸਾਲ ਹੋ ਗਏ। ਇਸ ਦੌਰਾਨ ਹਮਾਸ ਦੇ ਵਿੱਚ ਕਈ ਵਾਰ ਲੜਾਈਆਂ ਹੋਈਆਂ, ਅਕਸਰ ਹੀ ਇਹ ਰਾਕਟੋ ਰਾਕਟੀ ਹੁੰਦੇ ਰਹਿੰਦੇ ਹੈ ਤੇ ਇਹ ਲੜਾਈ ਹਜੇ ਤੱਕ ਚੱਲੀ ਜਾ ਰਹੀ ਹੈ।
ਇੰਨੇ ਸਾਲਾਂ 'ਚ ਹਮਾਸ ਵੀ ਤਕੜਾ ਹੋ ਗਿਆ। ਉਸਨੇ ਗਾਜ਼ਾ 'ਚ ਬਹੁਤ ਹੀ ਕੰਪਲੈਕਸ ਰੰਗਾਂ ਦਾ ਇੱਕ ਨੈਟਵਰਕ ਤਿਆਰ ਕਰ ਲਿਆ, ਜੋ ਪਹਿਲਾਂ ਤਾਂ ਈਜਿਪਟ ਵਗੈਰਾ ਤੋਂ ਲੋੜੀ ਦੀਆਂ ਚੀਜ਼ਾਂ, ਹਥਿਆਰ, ਹੋਰ ਲਟਰਮ-ਪਟਰਮ ਸਮਗਲ ਕਰਨ ਲਈ ਬਣਿਆ ਸੀ, ਪਰ ਹੌਲੀ-ਹੌਲੀ ਪੂਰੇ ਸ਼ਹਿਰ 'ਚ ਹੀ, ਪੂਰੇ ਗਾਜ਼ਾ 'ਚ ਹੀ ਇਸ ਤਰ੍ਹਾਂ ਨਾਲ ਫੈਲ ਗਿਆ ਕਿ ਬਾਹਰੋਂ ਆਉਣ ਵਾਲੀ, ਅਟੈਕ ਕਰਨ ਵਾਲੀ ਕੋਈ ਵੀ ਇਜ਼ਰਾਈਲ ਵਗੈਰਾ ਜਾਂ ਕੋਈ ਵੀ ਆਰਮੀ ਆਵੇ, ਉਹਨਾਂ ਲਈ ਬੜਾ ਟਫ ਹੋ ਜਾਵੇ ਗਾਜ਼ਾ ਤੇ ਗਰਾਊਂਡ ਅਟੈਕ ਕਰਕੇ ਜਿੱਤਣਾ। ਇੱਧਰੋਂ ਉਹਨਾਂ ਨੇ PLO ਦੇ ਬਰਾਬਰ ਇੱਕ PIJ, ਪੈਲਸਟੀਨੀਅਨ ਇਸਲਾਮਿਕ ਜਿਹਾਦ ਨਾਮ ਦੀ ਪੈਰਲਰ ਮੂਵਮੈਂਟ ਖੜੀ ਕਰਤੀ, ਤਾਂ ਕਿ ਪੈਲਸਟੀਨੀਅਨ ਮੂਵਮੈਂਟ ਦਾ ਮੁੱਖ ਚਿਹਰਾ ਇਹ ਬਣ ਜਾਏ। ਤੇ ਪੈਲਸਟੀਨੀਅਨ ਪੱਖੀ ਦੇਸ਼ਾਂ ਤੇ ਗਰੁੱਪਾਂ ਦੀ ਫੰਡਿੰਗ ਤੇ ਮਦਦ ਨਾਲ ਕਾਫੀ ਆਧੁਨਿਕ ਹਥਿਆਰ ਵਗੈਰਾ ਵੀ ਇਹਨਾਂ ਨੇ ਇਕੱਠੇ ਕਰ ਲਏ, ਜਿਵੇਂ ਕਿ ਰਾਕਟਸ। 2021 'ਚ ਇੱਕ ਵੱਡਾ ਮੋੜ ਆਇਆ। ਅਲ ਅਕਸਾ ਮਸਜਿਦ ਨੂੰ ਲੈ ਕੇ ਮਾਹੌਲ ਹੋਰ ਵਿਗੜ ਗਿਆ। ਇਜ਼ਰਾਈਲੀ ਫੋਰਸਿਸ ਨੇ ਉੱਥੇ ਇਕੱਠੇ ਹੋਏ ਪੈਲਸਟੀਨੀਅਨ ਪ੍ਰੋਟੈਸਟਰਸ ਨੂੰ ਹਟਾਉਣ ਲਈ, ਜਾਂ ਉੱਥੇ ਜੋ ਗਏ ਸੀ ਆਪਦਾ ਮੱਥਾ ਟੇਕਣ, ਇੱਕ ਭਾਰੀ ਫੋਰਸ ਦਾ ਇਸਤੇਮਾਲ ਕਰਿਆ ਤੇ ਉਹ ਮਸਜਿਦ ਵਗੈਰਾ 'ਚ ਵੀ ਵੜ ਗਿਆ। ਆਈ ਥਿੰਕ ਉਦੋਂ ਬਾਅਦ 2023 ਦੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ। ਇਸ ਚੀਜ਼ ਨੇ ਸਾਰੀ, ਜਿਵੇਂ ਕਹਿੰਦੇ, ਅੱਗ 'ਚ ਘੀ ਪਾਉਣ ਦਾ ਕੰਮ ਕਰਿਆ। ਕੁਝ ਦਿਨ ਬੜੀ ਇੰਟੈਂਸ ਫਾਈਟਿੰਗ ਚੱਲੀ 2021 ਦੇ ਵਿੱਚ, ਪਰ ਈਜਿਪਟ ਵਗੈਰਾ ਨੇ ਵਿੱਚ ਪੈ ਕੇ ਇੱਕ ਸੀਜ਼ਫਾਇਰ ਕਰਾਤਾ। ਹਮਾਸ ਨੇ ਆਪਦੇ ਇਸ ਲੇਟੈਸਟ ਅਟੈਕ ਪਿੱਛੇ ਵੀ ਇਸ ਹਾਦਸੇ ਨੂੰ ਇੱਕ ਮੁੱਖ ਕਾਰਨ ਦੱਸਿਆ, ਤੇ ਇਸ ਅਟੈਕ ਦਾ ਨਾਮ ਵੀ ਅਲ ਅਕਸਾ ਫਲੱਡ ਰੱਖਿਆ ਹੈ। ਦੋਸਤੋ, ਕੁਝ ਸਵਾਲ ਜ਼ਿਹਨ ਵਿੱਚ ਆਉਂਦੇ ਨੇ। ਜਿੰਨੀ ਘੈਂਟ ਇਜ਼ਰਾਈਲ ਦੀ ਫੌਜ ਤੇ ਮੁਸਾਡ ਮੰਨੀ ਜਾਂਦੀ ਹੈ, ਤਾਂ ਇਹ ਅਟੈਕ ਕਾਮਯਾਬ ਕਿੱਦਾਂ ਹੋਇਆ? ਕਿਹਾ ਜਾਂਦਾ ਹੈ ਕਿ ਹਮਾਸ ਈਰਾਨ ਦੀ ਸਪੋਰਟ ਨਾਲ ਪਿਛਲੇ 2-3 ਸਾਲਾਂ ਤੋਂ ਪਲਾਨ ਕਰ ਰਿਹਾ ਸੀ ਇਸ ਅਟੈਕ ਨੂੰ। ਇਹਨਾਂ ਨੇ ਇਜ਼ਰਾਈਲ ਨੂੰ ਇਹ ਵਿਸ਼ਵਾਸ ਦਿਵਾ ਦਿੱਤਾ ਕਿ ਹੁਣ ਇਹਨਾਂ ਦੇ ਤਿਲਾਂ 'ਚ ਤੇਲ ਨਹੀਂ ਰਿਹਾ, ਇਹ ਤਾਂ ਸਿਰਫ ਦਬਕੇ ਮਾਰਨ ਜੋਗੇ ਨੇ, ਇਹ ਤਾਂ ਅੰਦਰੂਨੀ ਦਿੱਕਤਾਂ 'ਚ ਹੀ ਇੰਨੇ ਘਿਰੇ ਹੋਏ ਨੇ, ਜਿਵੇਂ ਕਿ ਇਜ਼ਰਾਈਲ ਦੇ ਬਲੋਕੇਡਸ ਕਰਕੇ ਗਾਜ਼ਾ ਵਿੱਚ ਬੜੀ ਲੋੜੀ ਦੀਆਂ ਚੀਜ਼ਾਂ ਤੇ ਬਾਹਰੋਂ ਆਉਣ ਵਾਲੀਆਂ ਏਡਸ, ਦਵਾਈਆਂ ਨਹੀਂ ਪਹੁੰਚ ਰਹੀਆਂ, ਬਿਜਲੀ, ਸਾਫ਼ ਪਾਣੀ ਦੀ ਬੜੀ ਬੁਰੀ ਹਾਲਤ ਹੈ, ਗਰੀਬੀ ਦਾ ਬੁਰਾ ਹਾਲ ਹੈ। ਇਸ ਤਰ੍ਹਾਂ ਦੀਆਂ ਬੜੀਆਂ ਪ੍ਰੋਬਲਮਸ ਨੇ ਵੀ ਉਹਨਾਂ 'ਚ ਹੀ ਬਿਜ਼ੀ ਨੇ। ਤੇ ਹਮਾਸ ਨੇ ਇਹ ਸ਼ੋਅ ਕਰਿਆ ਕਿ ਉਹ ਇਜ਼ਰਾਈਲ ਨਾਲ ਲੜਾਈ ਲੜਨ ਦੀ ਬਜਾਏ ਇਕਨੋਮੀ ਨੂੰ ਵਧਾਉਣ 'ਚ ਜ਼ਿਆਦਾ ਇੰਟਰਸਟਿਡ ਨੇ, ਬਲਕਿ ਉਹਨਾਂ ਨੇ ਵੱਡੀ ਗਿਣਤੀ 'ਚ ਗਾਜ਼ਾ ਦੇ ਲੋਕਾਂ ਨੂੰ ਇਜ਼ਰਾਈਲ 'ਚ ਜਾ ਕੇ ਨੌਕਰੀ ਕਰਕੇ ਆਉਣ ਦੇ ਪਾਸ ਵੀ ਇਸ਼ੂ ਕਰਤੇ, ਕਿਉਂਕਿ ਇਜ਼ਰਾਈਲ 'ਚ ਗਾਜ਼ਾ ਦੇ ਮੁਕਾਬਲੇ ਤਨਖਾਹਾਂ ਬਹੁਤ ਜ਼ਿਆਦਾ ਨੇ। ਸੋ ਇਜ਼ਰਾਈਲ ਦਾ ਜ਼ਿਆਦਾ ਧਿਆਨ ਵੈਸਟ ਬੈਂਕ ਵਗੈਰਾ ਕਨੀ, ਹਿਜ਼ਬੁੱਲਾ ਕਨੀ ਹੋ ਗਿਆ, ਗਾਜ਼ਾ ਤੋਂ ਹਟ। ਤੇ ਇੱਕ ਬੜੀ ਮਸ਼ਹੂਰ ਟੈਕਟਿਕ ਹੁੰਦੀ ਹੈ ਹਾਈਡਿੰਗ ਇਨ ਪਲੇਨ ਸਾਈਟ। ਇਹਨਾਂ ਨੇ ਉਹ ਟੈਕਟਿਕ ਨੂੰ ਯੂਜ਼ ਕਰਕੇ ਆਪਦੇ ਅਟੈਕ ਦੀ ਤਿਆਰੀ ਨੂੰ ਵੀ ਲੁੱਕ ਕੇ ਕਰਨ ਦੀ ਬਜਾਏ ਖੁੱਲ੍ਹੇਆਮ ਹੀ ਕਰਨ ਲੱਗ ਪਏ। ਇਸ ਕਰਕੇ ਇਜ਼ਰਾਈਲ ਨੇ ਵੀ ਇਹਨਾਂ ਨੂੰ ਸੀਰੀਅਸਲੀ ਨਹੀਂ ਲਿੱਤਾ ਵੀ ਯਾਰ ਐ ਸਰੇਆਮ ਥੋੜ੍ਹਾ ਨਾ ਕਰਨਗੇ। 2021 ਦੇ ਸੀਜ਼ਫਾਇਰ ਤੋਂ ਬਾਅਦ ਇਹਨਾਂ ਨੇ ਪਹਿਲਾਂ ਵਾਂਗ ਛੋਟੇ-ਛੋਟੇ ਅਟੈਕਸ ਕਰਨ ਦੀ ਬਜਾਏ ਇਹਨਾਂ ਨੇ ਸਾਰੇ ਹਥਿਆਰ ਤੇ ਰਿਸੋਰਸਿਸ ਇਕੱਠੇ ਕਰਨ ਲੱਗ ਪਏ, ਕਿਉਂਕਿ ਸਮਝ ਗਏ ਸੀ ਵੀ ਛੋਟੇ-ਛੋਟੇ ਅਟੈਕਸ ਨਾਲ ਕੁਝ ਨਹੀਂ ਹੋਣਾ। ਸੋ ਇਹਨਾਂ ਨੇ ਬਹੁਤ ਵੱਡਾ ਰਾਕਟਸ ਦਾ ਜ਼ਖੀਰਾ ਇਕੱਠਾ ਕਰਿਆ, ਕਿਉਂਕਿ ਇਜ਼ਰਾਈਲ ਦਾ ਜੋ ਆਇਰਨ ਡੋਮ ਪ੍ਰੋਟੈਕਸ਼ਨ ਸਿਸਟਮ ਹੈ, ਉਹ ਆਟੋਮੈਟਿਕਲੀ ਰਾਕਟਸ ਤੇ ਹਵਾਈ ਅਟੈਕ ਕਰਨ ਵਾਲੀਆਂ ਚੀਜ਼ਾਂ ਨੂੰ ਸੈਂਸਰ ਰਾਹੀਂ ਜੱਜ ਕਰਕੇ ਹਵਾ 'ਚ ਹੀ ਨਸ਼ਟ ਕਰ ਦਿੰਦਾ ਹੈ। ਪਰ ਇਹਨਾਂ ਨੇ ਉਸ ਦਾ ਤੋੜ ਕੱਢਣ ਲਈ ਇੰਨੇ ਜ਼ਿਆਦਾ ਰਾਕਟਸ ਇੱਕੋ ਦਮ ਫਾਇਰ ਕਰਤੇ ਕਿ ਉਹ ਜਿਹੜਾ ਆਇਰਨ ਡੋਮ ਸਿਸਟਮ ਸੀ ਉਹ ਓਵਰਲੋਡ ਹੋ ਗਿਆ, ਤੇ ਇਸ ਕਰਕੇ ਕਈ ਰਾਕਟਸ ਉਸ ਤੋਂ ਬਚ ਕੇ ਇਜ਼ਰਾਈਲ ਤੇ ਜਾ ਕੇ ਵੱਖ-ਵੱਖ ਥਾਵਾਂ ਤੇ ਹਿੱਟ ਕਰ ਜਾਂਦੇ। ਸਿਮਿਲਰਲੀ ਇਹਨਾਂ ਨੇ ਦੇਖਿਆ ਵੀ ਲੋ ਫਲਾਈ ਕਰਨ ਵਾਲੀਆਂ ਚੀਜ਼ਾਂ ਨੂੰ ਵੀ ਇਹ ਜਿਹੜਾ ਡਿਟੈਕਟ ਨਹੀਂ ਕਰ ਸਕਦੇ। ਸੋ ਇਹਨਾਂ ਨੇ ਹੈਂਗ ਗਲਾਈਡਰਸ, ਪੈਰਾਗਲਾਈਡਰਸ, ਡਰੋਨਸ ਵਗੈਰਾ ਦਾ ਯੂਜ਼ ਕਰਕੇ ਇਹ ਅਟੈਕ ਨੂੰ ਅੰਜਾਮ ਦਿੱਤਾ। ਇਸ ਦੀ ਈਵਨ ਟ੍ਰੇਨਿੰਗ ਕਰਦਿਆਂ ਦੀ ਵੀਡੀਓਜ਼ ਵੀ ਇਹਨਾਂ ਨੇ ਪਹਿਲਾਂ ਹੀ ਰਿਲੀਜ਼ ਕਰੀਆਂ ਹੋਈਆਂ ਨੇ। ਜੋ ਇਹ ਪ੍ਰੋਪੇਗੈਂਡਾ ਵੀਡੀਓਜ਼ ਵਗੈਰਾ ਰਿਲੀਜ਼ ਕਰਦੇ ਰਹਿੰਦੇ, ਉਹ 'ਚ ਆਮ ਹੀ ਦੇਖਣ ਨੂੰ ਮਿਲਦੀ ਹੈ। ਬਲਕਿ ਇਹਨਾਂ ਦੀ ਵੀਡੀਓਜ਼ 'ਚ ਪੂਰੇ ਅਟੈਕ ਦੀ ਟ੍ਰੇਨਿੰਗ ਦੀ ਪ੍ਰੈਕਟਿਸ ਕਰਦੇ ਵੀ ਦੇਖਿਆ ਜਾ ਸਕਦਾ। ਕਿਹਾ ਜਾਂਦਾ ਹੈ ਕਿ ਹਮਾਸ ਇਜ਼ਰਾਈਲ ਨੂੰ ਚਕਮਾ ਦੇਣ 'ਚ ਇਸ ਲਈ ਵੀ ਕਾਮਯਾਬ ਹੋਇਆ ਕਿਉਂਕਿ ਇਜ਼ਰਾਈਲ ਕਿਤੇ ਨਾ ਕਿਤੇ ਆਪਦੀ ਅੰਦਰੂਨੀ ਰਾਜਸੀ ਪ੍ਰੋਬਲਮਾਂ 'ਚ ਬਹੁਤ ਘਿਰਿਆ ਹੋਇਆ ਸੀ। ਪਿਛਲੇ 3-4 ਸਾਲਾਂ 'ਚ ਉੱਥੇ 5 ਇਲੈਕਸ਼ਨਾਂ ਹੋ ਚੁੱਕੀਆਂ ਨੇ। ਇੱਧਰੋਂ ਬਾਹਰ ਦੇ ਦੇਸ਼ਾਂ ਦੀ ਥ੍ਰੈਟਸ ਤੇ ਇਸ਼ੂਜ਼ ਤੇ ਉਸ ਦਾ ਜ਼ਿਆਦਾ ਧਿਆਨ ਸੀ, ਜਿਵੇਂ ਕਿ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਤੇ ਲਬਨਾਨ ਵਿੱਚ ਵੱਸਦੇ ਹਿਜ਼ਬੁੱਲਾ ਟੈਰਰ ਗਰੁੱਪ, ਜੋ ਜਦੋਂ ਲਬਨਾਨ ਤੇ ਇਜ਼ਰਾਈਲ ਨੇ ਅਟੈਕ ਕਰਿਆ ਸੀਗਾ ਉਦੋਂ ਹਿਜ਼ਬੁੱਲਾ ਨੇ ਹੀ ਇਹਨਾਂ ਨਾਲ ਮੁੱਖ ਲੜਾਈ ਲੜੀ ਸੀ। ਸੋ ਉਹਨਾਂ ਨਾਲ ਵੀ ਇਹਨਾਂ ਦਾ ਬੜਾ ਪੁਰਾਣਾ ਰੌਲਾ ਚੱਲਿਆ ਆ ਰਿਹਾ। ਉਹ ਵੀ ਬਾਰ-ਬਾਰ ਇਹਨਾਂ ਤੇ ਰਾਕਟਸ ਅਟੈਕ ਕਰਦੇ ਰਹਿੰਦੇ ਆ। ਸੋ ਉੱਧਰ ਵੀ ਇਹਨਾਂ ਦਾ ਧਿਆਨ ਸੀ। ਸੀਰੀਆ ਦੀ ਸਿਵਲ ਵਾਰ ਚੱਲ ਰਹੀ ਸੀ ਤੇ ਸਨਾਈ ਦੇ ਵਿੱਚ ਆਈਸਿਸ ਦੇ ਸਿਰ ਚੁੱਕਦੇ ਦੀ ਵੀ ਖਬਰਾਂ ਆ ਰਹੀਆਂ ਸੀਗੀਆਂ। ਸੋ ਇਹਨਾਂ ਚੀਜ਼ਾਂ ਤੇ ਇਹਨਾਂ ਦਾ ਜ਼ਿਆਦਾ ਧਿਆਨ ਲੱਗਿਆ ਹੋਇਆ ਸੀ। ਨਾਲੋਂ ਨਾਲ ਅਰਬ ਕੰਟਰੀਜ਼ ਦੇ ਨਾਲ ਵੀ ਇਹ ਡਿਪਲੋਮੈਟਿਕ ਰਿਸ਼ਤੇ ਆਪਦੇ ਬਣਾਉਣ ਜਾਂ ਇੰਪਰੂਵ ਕਰਨ 'ਚ ਲੱਗੇ ਹੋਏ ਸੀ। ਹੁਣ ਉਹਨਾਂ ਰਿਸ਼ਤਿਆਂ ਦੀ ਸਟਰੈਂਥ ਟੈਸਟ ਹੋਊਗੀ ਵੀ ਅੱਗੇ ਕੀ ਹੁੰਦਾ। ਹਾਲਾਂਕਿ ਪਹਿਲਾਂ ਵਾਂਗ ਸਾਰੇ ਅਰਬ ਦੇਸ਼ਾਂ ਨੇ ਇੱਕ ਪਾਸਾ ਕਰਕੇ ਹਮਾਸ ਦੀ ਸਪੋਰਟ ਤੇ ਆਉਣ ਦੀ ਬਜਾਏ, ਜਿੱਥੇ ਈਰਾਨ, ਇਰਾਕ, ਟਰਕੀ, ਜਾਰਡਨ, ਕਤਰ, ਕੁਵੈਤ ਵਰਗੇ ਦੇਸ਼ਾਂ ਨੇ ਤਾਂ ਖੁੱਲ੍ਹ ਕੇ ਹਮਾਸ ਤੇ ਪੈਲਸਟੀਨੀਅਨ ਦਾ ਪੱਖ ਪੂਰਿਆ ਹੈ,
ਪਰ ਉੱਥੇ ਹੀ ਸਾਊਦੀ ਅਰਬ, ਈਜਿਪਟ, ਯੂਏਈ, ਲਬਨਾਨ ਵਰਗੇ ਕੁਝ ਦੇਸ਼ ਥੋੜ੍ਹਾ ਜਿਹਾ ਨਿਊਟਰਲ ਜਿਹਾ ਰਹਿ ਕੇ ਵਿਚਾਲੜੀ ਜੀ ਗੱਲ ਕਰ ਗਏ, ਅਤੇ ਸੀਰੀਆ, ਯੈਮਨ ਵਰਗੇ ਦੇਸ਼ ਆਪਦੇ ਅੰਦਰੂਨੀ ਰੌਲੇ 'ਚ ਹਲੇ ਲੱਗੇ ਹੋਏ ਨੇ। ਲੀਬੀਆ ਵਰਗੇ ਦੇਸ਼ ਐਬਸੈਂਟ ਹੀ ਨੇ, ਕਿਉਂਕਿ ਉਹਨਾਂ ਦਾ ਪਤਾ ਹੀ ਨਹੀਂ ਕੀ ਚੱਲ ਰਿਹਾ ਉੱਥੇ। ਸੋ ਇੱਕ ਹਲੇ ਤੱਕ ਜੁਆਇੰਟ ਮੁਸਲਿਮ ਫਰੰਟ ਨਹੀਂ ਨਜ਼ਰ ਆਇਆ। ਹਾਲਾਂਕਿ ਇਹ ਦੇਖਣਾ ਪਊਗਾ ਵੀ ਅੱਗੇ ਜਾ ਕੇ ਕੀ ਸਥਿਤੀ ਮੋੜ ਲੈਂਦੀ ਹੈ, ਜਿਹੜੇ ਇਹ ਮੁਸਲਿਮ ਕੰਟਰੀਜ਼ ਨੇ ਇਹ ਕਿੱਧਰ ਜਾ ਕੇ ਖੜਦੇ ਆ। ਈਵਨ ਪਿਛਲੇ ਸਮੇਂ 'ਚ ਇੰਡੀਆ ਦਾ ਸਟੈਂਸ ਵੀ ਬਦਲਿਆ। ਜਿੱਥੇ ਪਹਿਲਾਂ ਇੰਡੀਆ ਖੁੱਲ੍ਹ ਕੇ ਪੈਲਸਟੀਨ ਦਾ ਸਾਥ ਦਿੰਦਾ ਸੀ, ਹੁਣ ਆਪਾਂ ਵੀ ਇਜ਼ਰਾਈਲ ਕਨੀ ਜ਼ਿਆਦਾ ਝੁਕਾਵ ਰੱਖਣ ਲੱਗ ਪਏ, ਕਿਉਂਕਿ ਆਪਾਂ ਹਾਲਾਂਕਿ ਇਜ਼ਰਾਈਲ ਦੀ ਬਜਾਏ ਪੈਲਸਟੀਨ ਦਾ ਸਾਥ ਦਿੱਤਾ, ਪਰ ਇੰਡੀਆ ਪਾਕਿਸਤਾਨ ਦੇ ਰੌਲੇ 'ਚ ਜਿਹੜੇ ਅਰਬੀ ਦੇਸ਼ ਨੇ ਉਹਨਾਂ ਨੇ ਇੰਡੀਆ ਦਾ ਸਾਥ ਦੇਣ ਦੀ ਬਜਾਏ ਇਜ਼ਰਾਈਲ ਨੇ ਆ ਕੇ ਆਪਣੇ ਨਾਲ ਖੜਿਆ। ਇਹਨਾਂ ਨੇ ਆਪਾਂ ਨੂੰ ਹਥਿਆਰ ਵਗੈਰਾ ਹੋਰ ਚੀਜ਼ਾਂ ਦਿੱਤੀਆਂ। ਪਰ ਅਗਰ ਇਹ ਜੰਗ ਹੋਰ ਜ਼ਿਆਦਾ ਵੱਧ ਜਾਂਦੀ ਹੈ ਤਾਂ ਹੋਰ ਦੇਸ਼ ਵੀ ਇਸ 'ਚ ਕੁੱਦ ਪੈਂਦੇ ਹੈ, ਤਾਂ ਫਿਰ ਸ਼ਾਇਦ ਇਕੁਏਸ਼ਨਸ ਚੇਂਜ ਹੋ ਸਕਦੀਆਂ ਨੇ। ਜਿਵੇਂ ਮੈਂ ਕਿਹਾ, ਸਾਰੇ ਮੁਸਲਿਮਸ ਅਗੇਂਸਟ ਦ ਵੈਸਟ ਬਣ ਜਾਂਦਾ ਤਾਂ ਸਿਚੁਏਸ਼ਨ ਹੋਰ ਬਣ ਜਾਂਦੀ ਹੈ। ਉਸੇ ਤਰ੍ਹਾਂ ਰਸ਼ੀਆ, ਚਾਈਨਾ ਤੇ ਅਮਰੀਕਾ ਕੀ ਸਟੈਂਡ ਲੈਂਦੇ ਹੈ, ਕਿਉਂਕਿ ਯੂਕਰੇਨ ਵਾਰ 'ਚ ਇਜ਼ਰਾਈਲ ਵਗੈਰਾ ਨੇ ਉਹਦਾ ਆਪਣਾ ਰਸ਼ੀਆ ਦਾ ਵਿਰੋਧ ਕਰਿਆ ਸੀਗਾ। ਸੋ ਉਹ ਕਿੱਧਰ ਨੂੰ ਸਟੈਂਡ ਲੈਂਦੇ ਹੈ। ਸੋ ਇਸ ਚੀਜ਼ ਕਰਕੇ ਜਿਹੜੇ ਇੰਡੀਆ ਵਰਗੇ ਦੇਸ਼ ਨੇ ਉਹਨਾਂ ਨੂੰ ਵੀ ਦੇਖਣਾ ਪਊਗਾ ਵੀ ਅਸੀਂ ਕਿਹੜੀ ਸਾਈਡ 'ਚ ਜਾ ਕੇ ਖੜਦੇ ਹਾਂ। ਕੀ ਅਸੀਂ ਇਜ਼ਰਾਈਲ ਨਾਲ 1 to 1 ਰਿਸ਼ਤਿਆਂ ਨੂੰ ਮੁੱਖ ਰੱਖਦੇ ਹਾਂ, ਕਿ ਓਵਰਆਲ ਕਿਹੜਾ ਬਲੌਕ, ਕਿਹੜੀ ਕੰਟਰੀਜ਼ ਦਾ ਗਰੁੱਪ ਕਿੱਧਰ ਖੜਾ ਹੈ, ਉਹਨੂੰ ਦੇਖ ਕੇ ਚੱਲਦੇ ਹਾਂ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਿਚੁਏਸ਼ਨ ਬੜੀ ਇੰਟਰਸਟਿੰਗ ਬਣੂਗੀ। ਦੋਸਤੋ, ਇਸ ਅਟੈਕ ਨੂੰ ਅਮਰੀਕਾ 'ਚ ਹੋਏ 9/11 ਵਾਂਗ ਇਜ਼ਰਾਈਲ ਦਾ 9/11 ਕਿਹਾ ਜਾਂਦਾ ਹੈ, ਕਿਉਂਕਿ ਉਸ ਵਿੱਚ ਵੀ ਇੰਟੈਲੀਜੈਂਸ ਫੇਲੀਅਰ ਕਰਕੇ ਇੱਕ ਛੋਟਾ ਜਿਹਾ ਤਾਲਿਬਾਨ ਵਰਗਾ ਗਰੁੱਪ ਅਮਰੀਕਾ ਵਰਗੀ ਥਾਂ ਨੂੰ ਚਕਮਾ ਦੇ ਕੇ ਇੱਕ ਵੱਡਾ ਅਟੈਕ ਕਰਨ 'ਚ ਕਾਮਯਾਬ ਹੋਇਆ ਸੀ। ਤੇ ਇੱਥੇ ਵੀ ਇਹੋ ਕੁਝ ਹੋਇਆ। ਪਰ ਕੌਨਸਪੀਰੇਸੀ ਥਿਓਰਿਸਟ ਨੇ ਉਸ 'ਤੇ ਵੀ ਸਵਾਲ ਚੁੱਕੇ ਸੀ ਕਿ ਅਮਰੀਕਾ ਨੇ ਜਾਣ-ਬੁੱਝ ਕੇ ਇਹ ਅਟੈਕ ਹੋਣ ਦਿੱਤਾ ਸੀ। ਉਸੇ ਤਰ੍ਹਾਂ ਦੇ ਕਈ ਕੌਨਸਪੀਰੇਸੀ ਥਿਓਰਿਸਟਸ ਇਹ ਸਵਾਲ ਵੀ ਚੁੱਕਦੇ ਹੈ ਕਿ ਵਾਕਿਆ 'ਚ ਹੀ ਹਮਾਸ ਨੇ ਇਜ਼ਰਾਈਲ ਨੂੰ ਚਕਮਾ ਦੇ ਕੇ ਇਹ ਅਟੈਕ ਕਰਿਆ ਹੈ, ਜਾਂ ਇਜ਼ਰਾਈਲ ਨੇ ਕਿਸੇ ਹੋਰ ਕਾਰਨਾਂ ਕਰਕੇ ਜਾਣ ਕੇ ਅਟੈਕ ਹੋਣ ਦਿੱਤਾ ਹੈ, ਜਿਵੇਂ ਕਿ ਇਸ ਦਾ ਬਹਾਨਾ ਲੈ ਕੇ ਗਾਜ਼ਾ ਉੱਤੇ ਕਬਜ਼ਾ ਕਰਨਾ ਹੋਵੇ, ਜਾਂ ਹਮਾਸ ਨੂੰ ਹਮੇਸ਼ਾ ਲਈ ਖਤਮ ਕਰਨਾ ਹੋਵੇ, ਜਾਂ ਇਸ ਬਹਾਨੇ ਨਾਲ ਈਰਾਨ ਨਾਲ ਜੰਗ ਛੇੜਨ ਦੀ ਸਕੀਮ ਅਮਰੀਕਾ ਤੇ ਇਜ਼ਰਾਈਲ ਨੇ ਬਣਾਈ ਹੋਵੇ। ਇਸ ਤਰ੍ਹਾਂ ਦੇ ਕਈ ਸਵਾਲ ਉੱਠੇ ਜਾਣ, ਕਿਉਂਕਿ ਅਮਰੀਕਾ ਨੇ ਵੀ 9/11 ਦੇ ਅਟੈਕਸ ਦੇ ਬਦਲੇ 'ਚ ਹੀ ਅਫਗਾਨਿਸਤਾਨ ਅਤੇ ਇਰਾਕ ਤੇ ਅਟੈਕ ਕਰਿਆ ਸੀ। ਹਾਲਾਂਕਿ ਕੁਝ ਗੱਲਾਂ ਸ਼ੱਕ ਖੜਾ ਕਰਦੀਆਂ ਨੇ, ਜਿਵੇਂ ਕਿ ਈਜਿਪਟ ਨੇ ਪਹਿਲਾਂ ਹੀ ਇਜ਼ਰਾਈਲ ਨੂੰ ਵਾਰਨ ਕਰਤਾ ਸੀ ਕਿ ਕੁਝ ਬਹੁਤ ਵੱਡਾ ਹੋਣ ਵਾਲਾ ਹੈ। ਹਾਲਾਂਕਿ ਇਜ਼ਰਾਈਲ ਨੇ ਉਸ ਚੀਜ਼ ਤੋਂ ਡਿਨਾਈ ਕਰਿਆ, ਪਰ ਉੱਥੇ ਹੀ ਇਜ਼ਰਾਈਲ ਦੇ ਇੱਕ ਰਿਟਾਇਰਡ ਆਰਮੀ ਜਨਰਲ ਨੇ ਵੀ ਅਟੈਕ ਤੋਂ ਕੁਝ ਹਫ਼ਤੇ ਪਹਿਲਾਂ ਉੱਥੇ ਦੇ ਅਖਬਾਰਾਂ 'ਚ ਆਰਟੀਕਲ ਲਿਖਿਆ ਸੀ ਕਿ ਇਜ਼ਰਾਈਲ ਅਨਪ੍ਰੀਪੇਅਰਡ ਹੈ ਤੇ ਹਮਾਸ ਸਾਊਥ ਇਜ਼ਰਾਈਲ ਦੇ ਏਰੀਆਜ਼ 'ਚੋਂ ਔਨ ਫੁੱਟ ਅਟੈਕ ਕਰੂਗਾ, ਕਿਉਂਕਿ ਉਹਨਾਂ ਦੇ ਬੈਰੀਕੇਡਸ 'ਚ ਕੁਝ ਇਹੋ ਜਿਹੇ ਲੂਪ ਹੋਲਸ ਨੇ ਜਿਨ੍ਹਾਂ ਦਾ ਫਾਇਦਾ ਚੱਕਿਆ ਜਾ ਸਕਦਾ। ਸੋ ਇਜ਼ਰਾਈਲ ਨੂੰ ਇਹਦੀ ਤਿਆਰੀ ਕਰਨੀ ਚਾਹੀਦੀ ਹੈ। ਲਾਸਟਲੀ, ਜਿਵੇਂ ਮੈਂ ਪਹਿਲਾਂ ਦੱਸਿਆ ਵੀ ਅਟੈਕ ਤੋਂ ਪਹਿਲਾਂ ਰਿਲੀਜ਼ ਹੋਈਆਂ ਹਮਾਸ ਦੀਆਂ ਪ੍ਰੋਪੇਗੈਂਡਾ ਵੀਡੀਓਜ਼ ਖੁੱਲ੍ਹੇਆਮ ਇਜ਼ਰਾਈਲ ਦੇ ਸ਼ਹਿਰ ਦਾ ਇੱਕ ਮਾਡਲ ਬਣਾ ਕੇ ਉਸ 'ਤੇ ਪ੍ਰੈਕਟਿਸ ਕਰਦਿਆਂ ਦੀਆਂ ਵੀਡੀਓਜ਼ ਦੇਖੀਆਂ ਗਈਆਂ। ਸਾਰੀ ਟ੍ਰੇਨਿੰਗ ਸਾਫ਼ ਨਜ਼ਰ ਆ ਰਹੀ ਸੀ। ਸੋ ਇਹਨਾਂ ਸਾਰੀ ਚੀਜ਼ਾਂ ਦੇ ਬਾਵਜੂਦ ਇਹ ਅਟੈਕ ਦਾ ਕਾਮਯਾਬ ਹੋਣਾ ਕੁਐਸਚਨਸ ਤਾਂ ਰੇਜ਼ ਕਰਦਾ ਹੈ, ਪਰ ਮੈਂ ਕੌਨਸਪੀਰੇਸੀ ਥਿਊਰੀਜ਼ ਦੀ ਬਜਾਏ ਹਾਰਡ ਫੈਕਟਸ ਤੇ ਆਪਦੀ ਰਾਏ ਬਣਾਉਣਾ ਪ੍ਰੈਫਰ ਕਰਦਾ। ਤਾਂ ਆਉਣ ਵਾਲੇ ਸਮੇਂ 'ਚ ਪਿਕਚਰ ਕਲੀਅਰ ਹੋਊਗੀ ਵੀ ਅੱਗੇ ਹੁੰਦਾ ਕੀ ਹੈ। ਜੰਗ ਭਾਵੇਂ ਕਿਸੇ ਵੀ ਗਰੁੱਪ, ਕਿਸੇ ਵੀ ਦੇਸ਼ ਦੇ ਵਿੱਚ ਹੋਵੇ, ਪਰ ਉਸ ਦੀ ਪ੍ਰਾਈਸ ਇਨੋਸੈਂਟ ਲੋਕਾਂ ਨੂੰ ਆਪਦੀਆਂ ਜਾਨਾਂ ਗਵਾ ਕੇ, ਤਸ਼ੱਦਦਾਂ ਸਹਿ ਕੇ, ਆਪਦੇ ਹੰਝੂਆਂ ਨਾਲ ਭਰਨੀ ਪੈਂਦੀ ਹੈ। ਅੱਜ ਜਿੱਥੇ ਮੈਂ ਧੰਨਵਾਦੀ ਹਾਂ ਕਿ ਸਾਡੇ ਇੰਡੀਅਨਸ ਜੋ ਇਜ਼ਰਾਈਲ 'ਚ ਫਸੇ ਸੀ, ਉਹ ਆਪਰੇਸ਼ਨ ਅਜੇ ਰਾਹੀਂ ਸਾਰਿਆਂ ਨੂੰ ਵਾਪਸ ਕੱਢਿਆ ਜਾ ਚੁੱਕਿਆ ਹੈ, ਪਰ ਉੱਥੇ ਮੈਂ ਸੋਚਦਾ ਵੀ ਜਿਹੜੇ ਉੱਥੇ ਰਹਿਣ ਵਾਲੇ ਪੱਕੇ ਲੋਕ ਨੇ ਉਹ ਕਿਵੇਂ ਐਸਕੇਪ ਕਰਨਗੇ, ਚਾਹੇ ਉਹ ਇਜ਼ਰਾਈਲੀ ਨੇ, ਚਾਹੇ ਉਹ ਪੈਲਸਟੀਨੀ ਨੇ, ਜੋ ਪਿਛਲੇ 60-70 ਸਾਲ ਤੋਂ ਇਹੀ ਖੂਨੀ ਹਿਸਟਰੀ ਦੇਖਦੇ ਆ ਰਹੇ ਨੇ। ਹਾਲਾਂਕਿ ਮੈਂ ਕਿਸੇ ਗਰੁੱਪ ਦੀ ਸਾਈਡ ਨਹੀਂ ਲੈਂਦਾ। ਜੂਸ ਦਾ ਵੀ ਅਗਰ ਪਾਸਟ ਕੱਢ ਕੇ ਦੇਖਿਆ ਜਾਵੇ ਤਾਂ ਬੜੀ ਦਰਦਨਾਕ ਹਿਸਟਰੀ ਰਹੀ ਹੈ ਇਹਨਾਂ ਦੀ। ਜਿਸ ਤਰੀਕੇ ਨਾਲ ਹੋਲੋਕਾਸਟ ਦੌਰਾਨ ਇਹਨਾਂ ਨੂੰ ਤਸ਼ੱਦਦਾਂ ਸਹੀਆਂ, ਭੁੱਖੇ ਪਿਆਸਿਆਂ ਨੂੰ ਕੰਸਨਟਰੇਟ ਕੈਂਪਾਂ 'ਚ ਸਾਲੋਂ ਬੱਧੀ ਬੰਦ ਕਰਕੇ ਰੱਖਿਆ ਜਾਂਦਾ ਸੀ, ਪਿੰਜਰ ਬਣ ਜਾਂਦੇ ਸੀ ਲੋਕ। ਕਿੰਨੇ ਹੀ ਲੋਕਾਂ ਨੂੰ ਗੈਸ ਚੈਂਬਰਾਂ ਦੇ ਵਿੱਚ ਗੈਸ ਨਾਲ ਦੱਬ ਕੇ ਮਾਰ ਦਿੱਤਾ ਜਾਂਦਾ ਸੀ। ਉਹ ਵੀ ਜੇ ਤੁਸੀਂ ਫੋਟੋਜ਼, ਵੀਡੀਓਜ਼ ਹੋਲੋਕਾਸਟ ਦੀ ਕੱਢ ਕੇ ਦੇਖੋਗੇ ਤਾਂ ਦਿਲ ਪਸੀਚੇ ਜਾਣਗੇ। ਉੱਥੇ ਪੈਲਸਟੀਨੀਅਨਸ ਵੀ ਜੋ ਪਿਛਲੇ 60-70 ਸਾਲ ਤੋਂ ਇੰਨਾ ਤਸ਼ੱਦਦ ਸਹਿੰਦੇ ਆ ਰਹੇ ਨੇ, ਇੰਨੀਆਂ ਔਖਾਂ ਸਹਿੰਦੇ ਆ ਰਹੇ ਨੇ, ਆਪਦੇ ਹੀ ਦੇਸ਼ ਦੇ ਵਿੱਚ ਇੱਕ ਕਾਰਨਰ ਦੇ ਵਿੱਚ ਬੰਦ ਹੋ ਕੇ ਰਹਿਣਾ ਤੇ ਉਸ 'ਤੇ ਰੋਜ਼ ਜੰਗ ਦੀ ਜੋ ਨੁਕਸਾਨ ਸਹਿਣਾ, ਬੱਚਿਆਂ ਦਾ ਮਰਨਾ, ਕਿੰਨੀ ਤਸ਼ੱਦਦਾਂ ਹੋਣੀਆਂ, ਇਹ ਵੀ ਇੱਕ ਪੈਲਸਟੀਨੀਅਨ ਲੋਕਾਂ ਦੀ ਸੱਚਾਈ ਹੈ। ਅੱਜ ਦੀ ਵੀ ਅਗਰ ਗੱਲ ਕਰੀਏ ਤਾਂ ਚੰਦ ਲੀਡਰਾਂ ਨੇ ਹਮਾਸ ਦਿਆਂ ਨੇ ਫੈਸਲਾ ਕਰਿਆ
ਅਟੈਕ ਕਰਨ ਦਾ, ਤੇ ਜਾਨਾਂ ਕਿਹਦੀਆਂ ਗਈਆਂ? ਇਜ਼ਰਾਈਲ ਦੇ ਆਮ ਲੋਕਾਂ ਦੀਆਂ, ਬੰਦੇ ਬੱਚੇ ਬੁੜੀਆਂ ਦੀਆਂ। ਉਧਰੋਂ ਚੰਦ ਇਜ਼ਰਾਈਲ ਦੇ ਲੀਡਰਾਂ ਨੇ ਫੈਸਲਾ ਕਰਿਆ ਵੀ ਅਸੀਂ ਧੂਆਂਧਾਰ ਬੰਬਾਰਡਮੈਂਟ ਨਾਲ ਜਵਾਬ ਦੇਵਾਂਗੇ, ਤਾਂ ਉਹ 'ਚ ਵੀ ਗਾਜ਼ਾ ਦੇ ਵਿੱਚ ਵੀ ਜਾਨਾਂ ਕਿਹਦੀਆਂ ਗਈਆਂ? ਆਮ ਲੋਕਾਂ ਦੀਆਂ। ਰੋਜ਼ ਫੋਟੋਆਂ ਦੇਖਦੇ ਆ ਕਿਵੇਂ ਉੱਥੇ ਵਿਚਾਰੇ ਭੁੱਖੇ ਪਿਆਸੇ, ਰੋਟੀ ਛੱਡੋ ਪਾਣੀ ਨੂੰ ਤਰਸੇ ਪਏ ਨੇ, ਦਵਾਈਆਂ ਨੂੰ ਤਰਸੇ ਪਏ ਨੇ, ਬੱਚੇ ਮਾਰੇ ਜਾ ਰਹੇ ਨੇ, ਔਰਤਾਂ ਰੋ ਰਹੀਆਂ ਨੇ। ਸੋ ਪ੍ਰਾਈਸ ਕੌਣ ਪੇ ਕਰ ਰਿਹਾ? ਇੱਕ ਆਮ ਇਨੋਸੈਂਟ ਸਿਵਿਲੀਅਨ। ਸੋ ਆਓ ਸਾਰੇ ਰਲ ਕੇ ਆਪਾਂ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਕਿ ਦੁਨੀਆ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਵਾਇਲੈਂਟ ਕਨਫਲਿਕਟਸ ਨੇ ਉਹ ਖਤਮ ਹੋਣ, ਇੱਕ ਪੀਸ ਬਣੇ, ਭਾਈਚਾਰਾ ਬਣੇ। ਤੇ ਦੋਸਤੋ, ਅਗਰ ਸਾਰੀ ਦੁਨੀਆ ਦੇ ਨਾਗਰਿਕ ਇਕੱਠੇ ਹੋ ਕੇ ਇੱਕੋ ਸੁਰ ਦੇ ਵਿੱਚ ਇਹ ਕਹਿਣਗੇ ਤਾਂ ਸਰਕਾਰਾਂ ਨੂੰ ਸੁਣਨਾ ਪਊਗਾ। ਤੇ ਅਗਰ ਦੁਨੀਆ ਦੇ ਲੋਕ ਇਕੱਠੇ ਹੋ ਕੇ ਇਹ ਫੈਸਲਾ ਕਰ ਲੈਂਦੇ ਆ ਕਿ ਅਸੀਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਾਂਗੇ, ਤਾਂ ਤੁਸੀਂ ਦੇਖਿਓ ਡਾਇਲੋਗ ਐਂਡ ਡਿਸਕਸ਼ਨ ਰਾਹੀਂ ਇੰਨੇ ਹੱਲ ਨਿਕਲ ਜਾਣਗੇ ਜਿੰਨੇ ਸ਼ਾਇਦ ਜੰਗ ਨਾਲ ਨਹੀਂ ਕਦੇ ਨਿਕਲੇ ਜਾ ਸਕਦੇ। ਪਰ ਦੋਸਤੋ, ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਇਹ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਰ ਤੁਸੀਂ ਇਸ ਮੁੱਦੇ ਤੇ ਹੋਰ ਜ਼ਿਆਦਾ ਡਿਟੇਲਡ ਡਿਸਕਸ਼ਨਸ ਦੇਖਣਾ ਚਾਹੋਗੇ ਜਾਂ ਹੋਰ ਫੋਲੋ-ਅਪ ਵੀਡੀਓਜ਼ ਦੇਖਣਾ ਚਾਹੋਗੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਅਸੀਂ ਉਸ ਹਿਸਾਬ ਨਾਲ ਅੱਗੇ ਸਥਿਤੀ 'ਚ ਕੀ ਹੁੰਦਾ ਹੈ ਉਸ ਦੇ ਬੇਸਿਸ ਤੇ ਸ਼ਾਇਦ ਹੋਰ ਵੀ ਕੁਝ ਵੀਡੀਓਜ਼ ਇਸ ਮੁੱਦੇ ਤੇ ਬਣਾਈਏ। ਤੁਸੀਂ ਆਪਦਾ ਕੀਮਤੀ ਸਮਾਂ ਸਾਨੂੰ ਦਿੱਤਾ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।